रिजक दिया सबों को तदका, सेवक का भरपूर जुग जुग। वाह गुरु तेरा सब सदका। सतनाम वाहिगुरु साहिब जी। सारंग महला पंजवा। घर शिवा पड़ताल, एक ओंकार सतगुर प्रसाद। शुभ बचन बोल गुण अमोल, किंकरी विकार देखरी विचार। गुर शब्द त्याए महल पाए, हर संग रंग करती महाकेल। शुभ बचन बोल गुण अमोल, किंकरी विकार देखरी विचार। गुर शब्द त्याए महल पाए, हर संग रंग करती महाकेल। रहाव सुपन री संसार, मिथनी विस्तार। सखी काए मोहे मोहेली, प्रे प्रीत हृदय मेल। सर्वरी प्रीत प्यार, प्रभ सदारी दयार। काए आन आन रुचिया, हर संग संग खचिया। जो साध संग पाए, कहो नानक हर त्याए। अब रहे जमहे मेला, जो साध संग पाए। कहो नानक हर त्याए, अब रहे जमहे मेल। वाहिगुरु जी का खालसा, वाहिगुरु जी की फतेह। परम सत्कारयोग गुरु रूप गुरु की प्यारी साध संगत जीओ, इस पावन शब्द दी विचार आप जी नूं श्रवण करवा रहे ने पंथ दे महान विद्वान सत्कारयोग ਗਿਆਨੀ ਪਰਵਿੰਦਰਪਾਲ ਸਿੰਘ ਜੀ ਬੁੱਟਰ, ਦੰਦਵੇਂ ਟਕਸਾਲ ਜਥਾ ਪਿੰਡਰਾ ਮਹਿਤਾ ਵਾਲੇ। ਆਪ ਸਰਬੱਤ ਸੰਗਤਾਂ ਬੜੇ ਪਿਆਰ ਸਤਿਕਾਰ ਦੇ ਨਾਲ ਬੈਠ ਕੇ ਗੁਰ ਸ਼ਬਦ ਦੀ ਵਿਚਾਰ ਕਰੋ।
ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 550 ਸਾਲਾ ਪਾਵਨ ਪ੍ਰਕਾਸ਼ ਪੁਰਬ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਵਿਸ਼ੇਸ਼ ਪ੍ਰੋਗਰਾਮ ਉਲੀਕੇ ਗਏ ਨੇ। ਆਉਣ ਵਾਲੀ 12 ਸਤੰਬਰ ਨੂੰ ਦੁਪਹਿਰੇ 12 ਵਜੇ NDMC ਕਨਵੈਨਸ਼ਨ ਹਾਲ ਜੰਤਰ ਮੰਤਰ ਦੇ ਸਾਹਮਣੇ ਸਰਬ ਧਰਮ ਸੰਮੇਲਨ ਕਰਵਾਇਆ ਜਾ ਰਿਹਾ ਹੈ। ਸੰਗਤਾਂ ਨੂੰ ਬੇਨਤੀ ਹੈ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਲੀਕੇ ਗਏ ਪ੍ਰੋਗਰਾਮਾਂ ਵਿੱਚ ਆਪ ਜੀ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਰੌਣਕਾਂ ਵਧਾਓ। ਇਹਨਾਂ ਪ੍ਰੋਗਰਾਮਾਂ ਨੂੰ ਸਫਲਾ ਬਣਾਉਣ ਵਾਸਤੇ ਪ੍ਰਬੰਧਕਾਂ ਦਾ ਵੱਧ ਤੋਂ ਵੱਧ ਸਹਿਯੋਗ ਵੀ ਦੇਵੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ ਡੋਲਨ ਤੇ ਰਾਖਹੁ ਪ੍ਰਭੂ, ਨਾਨਕ ਦੇ ਕਰ ਹੱਥ। ਜਿਹ ਸਤ ਗੁਰ ਸਿਮਰੰਤ, ਨੈਣ ਕੇ ਤਿਮਰ ਮਿਟਹਿ ਖਿਨ। ਜਿਹ ਸਤ ਗੁਰ ਸਿਮਰੰਤ, ਹਿਰਦੈ ਹਰ ਨਾਮ ਦਿਨੋ ਦਿਨ। ਜਿਹ ਸਤ ਗੁਰ ਸਿਮਰੰਤ, ਜੀਅ ਕੀ ਤਪਤ ਮਿਟਾਵੈ। ਜਿਹ ਸਤ ਗੁਰ ਸਿਮਰੰਤ, ਰਿੱਧ ਸਿੱਧ ਨਵ ਨਿਧ ਪਾਵੈ। ਸੋਈ ਰਾਮਦਾਸ ਗੁਰ ਬਲ ਭਾਣ, ਮਿਲ ਸੰਗਤ ਧਨ ਧਨ ਕਰਹੁ। ਜਿਹ ਸਤ ਗੁਰ ਲਗ ਪ੍ਰਭ ਪਾਈਐ, ਸੋ ਸਤ ਗੁਰ ਸਿਮਰਹੁ ਨਰਹੁ। ਕਿਆ ਹਮ ਕਥਹਿ ਕਿਛ ਕਥ ਨਹੀਂ ਜਾਣਹਿ, ਪ੍ਰਭ ਭਾਵੈ ਤਿਵੈ ਬੋਲਾਨ। ਸਾਧ ਸੰਗਤ ਕੀ ਧੂਰ ਇਕ ਮੰਗਉ, ਜਨ ਨਾਨਕ ਪਇਓ ਸਰਾਨ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਰਗ ਮਹੱਲਾ ਪੰਜਵਾ। ਘਰ ਛੇਵਾਂ। ਪੜਤਾਲ। ਏਕ ਓੰਕਾਰ ਸਤਿਗੁਰ ਪ੍ਰਸਾਦ। ਸੋਭ ਬਚਨ ਬੋਲ ਗੁਣ ਅਮੋਲ। ਕਿੰਕਰੀ ਬਿਕਾਰ ਦੇਖ ਰੀ ਵਿਚਾਰ। ਗੁਰ ਸ਼ਬਦ ਧਿਆਏ ਮਹਿਲ ਪਾਏ। ਹਰ ਸੰਗ ਰੰਗ ਕਰਤੀ ਮਹਾਕੀਲ। ਸ਼ੁਭ ਬਚਨ ਬੋਲ ਗੁਣ ਅਮੋਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
फतेह। सतगुरु जी की साजी निवाजी परम सत्कारयोग साध संगत जी, बीते कल ਆਪਾਂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਦਿਵਸ ਅਤੇ ਧੰਨ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੋਤੀ ਜੋਤ ਦਿਵਸ ਮਨਾਇਆ ਹੈ। ਦਾਸ ਨੇ ਕੱਲ ਗੁਰੂ ਕੀ ਕਿਰਪਾ ਨਾਲ ਹਾਜ਼ਰੀ ਭਰਦਿਆਂ ਹੋਇਆਂ ਪੰਚਮ ਪਾਤਸ਼ਾਹ ਜੀ ਦਾ ਜੋ ਗੁਰਤਾ ਗੱਦੀ ਦਾ ਪ੍ਰਸੰਗ ਹੈ ਉਹ ਸੰਖੇਪ ਰੂਪ ਵਿੱਚ ਸੰਗਤਾਂ ਦੇ ਨਾਲ ਸਾਂਝਾ ਕੀਤਾ ਸੀ। ਧੰਨ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੇ ਪੰਚਮ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਤੇ ਅੰਮ੍ਰਿਤਸਰ ਵਿਖੇ ਸੁਭਾਏਮਾਨ ਕੀਤਾ ਔਰ ਫਿਰ ਉਸ ਤੋਂ ਉਪਰੰਤ ਗੋਇੰਦਵਾਲ ਸਾਹਿਬ ਵਿਖੇ ਜਾ ਕੇ ਜੋਤੀ ਜੋਤ ਸਮਾਏ। ਪ੍ਰਸਿੱਧ ਸ਼ਹਿਰ ਲਾਹੌਰ ਦੇ ਵਿੱਚ ਮਹੱਲਾ ਚੂਨਾ ਮੰਡੀ ਦੇ ਵਿੱਚ ਪਿਤਾ ਬਾਬਾ ਹਰਦਾਸ ਜੀ ਦੇ ਘਰ ਮਾਤਾ ਦਇਆ ਕੌਰ ਜੀ, ਜਿਨ੍ਹਾਂ ਦਾ ਦੂਜਾ ਨਾਮ ਇਤਿਹਾਸ ਨੇ ਮਾਤਾ ਖੇਮ ਕੌਰ ਜੀ ਵੀ ਲਿਖਿਆ ਹੈ, ਉਹਨਾਂ ਦੇ ਗ੍ਰਹਿ ਵਿਖੇ ਕੱਤਕਵਦੀ ਦੂਜ ਸੰਮਤ 1591 ਬਿਕਰਮੀ ਨੂੰ ਧੰਨ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਧਾਰਨ ਕੀਤਾ ਸੀ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਤੀਸਰੇ ਸਰੂਪ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਰਨ, ਗੁਰੂ ਕਾ ਮਿਲਾਪ, ਗੁਰੂ ਕੀ ਸਿੱਖੀ ਪ੍ਰਾਪਤ ਹੋਈ ਤੇ ਗੁਰੂ ਕੀ ਹਜ਼ੂਰੀ ਵਿੱਚ ਹੀ ਗੋਇੰਦਵਾਲ ਸਾਹਿਬ ਵਿਖੇ ਆਪਣਾ ਆਪਾ ਸਤਿਗੁਰਾਂ ਦੇ ਅਰਪਣ ਕਰ ਦਿੱਤਾ। ਰਾਤ ਦਿਨ ਸੇਵਾ ਤੇ ਸਿਮਰਨ ਵਿੱਚ ਲੀਨ ਰਹਿੰਦੇ ਨੇ ਤੇ ਆਪ ਜੀ ਦੀ ਸੇਵਾ ਦੀ ਘਾਲਣਾ ਤੋਂ, ਸਿਮਰਨ ਤੋਂ, ਬੰਦਗੀ ਤੋਂ, ਸ਼ੁਭ ਸੁਭਾਅ ਤੋਂ ਪ੍ਰਸੰਨ ਹੋ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੀ ਸੁਪੁੱਤਰੀ ਬੀਬੀ ਭਾਨੀ ਜੀ ਦਾ ਆਨੰਦ ਕਾਰਜ ਆਪ ਜੀ ਨਾਲ ਕਰ ਦਿੱਤਾ ਸੀ। ਚਾਹੇ ਕਿ ਗੁਰੂ ਘਰ ਦੇ ਨਾਲ ਦਾਮਾਦ ਦੇ ਤੌਰ ਤੇ ਸੰਬੰਧ ਜੁੜ ਗਿਆ ਹੈ, ਪਰ ਮਨ ਦੀ ਨਿਮਰਤਾ ਦੇ ਵਿੱਚ ਕੋਈ ਕਮੀ ਨਹੀਂ ਆਈ, ਨਿਰਮਾਣਤਾ ਦੇ ਵਿੱਚ ਕੋਈ ਘਾਟ ਨਹੀਂ ਪਈ। ਦੁਨਿਆਵੀ ਰਿਸ਼ਤੇ ਨੂੰ ਪਾਸੇ ਰੱਖ ਕੇ ਗੁਰੂ ਅਤੇ ਸਿੱਖ ਦਾ ਜਿਹੜਾ ਅਧਿਆਤਮਿਕ ਨਾਤਾ ਹੈ ਇਹੀ ਪ੍ਰਮੁੱਖ ਰੱਖਦੇ ਹਾਂ। ਅੱਗੇ ਨਾਲੋਂ ਵੀ ਵੱਧ ਨਿਮਰਤਾ ਤੇ ਨਿਰਮਾਣਤਾ ਦੇ ਵਿੱਚ ਆਪ ਜੀ ਸੇਵਾ ਕਰਦੇ ਰਹੇ, ਟੋਕਰੀ ਢੋਂਦੇ ਰਹੇ। ਗੁਰੂ ਕੇ ਦਰ ਤੇ ਸੇਵਾ, ਸਿਮਰਨ, ਬੰਦਗੀ ਪ੍ਰਵਾਨ ਹੋਈ ਤੇ ਆਖਰ ਉਹ ਸਮਾਂ ਵੀ ਆਇਆ ਜਦੋਂ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪ ਜੀ ਨੂੰ ਗੁਰਤਾ ਗੱਦੀ ਦੇ ਤਖਤ ਤੇ ਸੁਭਾਏਮਾਨ ਕਰ ਦਿੱਤਾ। ਕੱਲ ਵੀ ਟੂਕ ਮਾਤਰ ਬੇਨਤੀ ਦਾਸ ਨੇ ਕੀਤੀ ਸੀ ਕਿ ਆਪਣੀ ਰਹਿੰਦੀ ਉਮਰ ਵੀ ਸਤਿਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬਖਸ਼ਿਸ਼ ਕੀਤੀ। ਇਹ ਅਗੰਮੀ ਬਾਤਾਂ ਹਨ। ਗੁਰੂ ਸਮਰੱਥ ਹੈ, ਸਮਰੱਥ ਗੁਰੂ ਸਭ ਕੁਝ ਹੀ ਕਰ ਸਕਦਾ ਹੈ। ਉਸ ਦਿਨ ਜਿਸ ਦਿਨ ਕਿ ਆਪ ਜੀ ਨੂੰ ਗੁਰਤਾ ਦੀ ਦਾਤ ਪ੍ਰਾਪਤ ਹੋ ਰਹੀ ਹੈ, ਆਪ ਜੀ ਦੀ ਉਮਰ ਸੰਪੂਰਨ ਸੀ। ਦੇਖੋ ਕਿੱਡੀ ਕੁ ਵੱਡੀ ਬਖਸ਼ਿਸ਼ ਸਤਿਗੁਰੂ ਅਮਰਦਾਸ ਸਾਹਿਬ ਜੀ ਦੀ ਆਪ ਜੀ ਤੇ ਹੋਈ। ਆਪਣੀ ਸੁਪੁੱਤਰੀ ਸਤਿਗੁਰੂ ਜੀ ਨੇ ਆਪ ਜੀ ਦੇ ਲੜ ਲਾਈ। ਆਪਣੀ ਤਕਰੀਬਨ 7 ਸਾਲ ਦੀ ਉਮਰ, 6 ਸਾਲ 11 ਮਹੀਨੇ 20 ਦਿਨ, ਇਹ ਉਮਰ ਵੀ ਸਤਿਗੁਰੂ ਰਾਮਦਾਸ ਜੀ ਨੂੰ ਬਖਸ਼ਿਸ਼ ਕੀਤੀ ਤੇ ਗੁਰਤਾ ਗੱਦੀ ਵੀ ਬਖਸ਼ਿਸ਼ ਕਰਕੇ ਸੰਸਾਰ ਦੇ ਮਾਲਕ ਬਣਾ ਦਿੱਤਾ। ਭਾਦਰੋਂ ਸੁਦੀ ਤ੍ਰੋਦਸੀ ਸੰਮਤ 1631 ਬਿਕਰਮੀ ਨੂੰ ਆਪ ਜੀ ਗੁਰਤਾ ਗੱਦੀ ਤੇ ਸੁਭਾਏਮਾਨ ਹੋਏ ਔਰ ਗੁਰਤਾ ਗੱਦੀ ਬਖਸ਼ਿਸ਼ ਕਰਨ ਦੇ 2 ਦਿਨ ਬਾਅਦ ਭਾਦਰੋਂ ਦੀ ਪੁੰਨਿਆ ਵਾਲੇ ਦਿਨ ਸਤਿਗੁਰੂ ਅਮਰਦਾਸ ਸਾਹਿਬ ਜੀ ਜੋਤੀ ਜੋਤ ਸਮਾਏ। ਸ੍ਰੀ ਗੁਰੂ ਅਮਰਦਾਸ ਜੀ ਦੇ ਬਚਨਾਂ ਦੇ ਮੁਤਾਬਕ ਪਹਿਲਾਂ ਹੀ ਆਪ ਜੀ ਨੇ ਅੰਮ੍ਰਿਤ ਸਰੋਵਰ ਦੀ ਖੁਦਾਈ ਦੀ ਸੇਵਾ ਆਰੰਭ ਕੀਤੀ ਸੀ
ਉੱਥੇ ਹੀ ਆ ਕੇ ਨਵਾਂ ਨਗਰ ਵਸਾਇਆ, ਜਿਸ ਨੂੰ ਅੱਜ ਆਪਾਂ ਅੰਮ੍ਰਿਤਸਰ ਸਾਹਿਬ ਦੇ ਨਾਮ ਨਾਲ ਜਾਣਦੇ ਹਾਂ। 6 ਸਾਲ 11 ਮਹੀਨੇ 20 ਦਿਨ ਦਾ ਆਪ ਜੀ ਦਾ ਸਮਾਂ ਹੈ ਗੁਰਤਾ ਕਾਲ ਦਾ। ਇਸ ਸਮੇਂ ਦੌਰਾਨ ਸੰਸਾਰ ਤੇ ਬੇਅੰਤ ਰਹਿਮਤਾਂ ਆਪ ਜੀ ਨੇ ਵਰਸਾਈਆਂ। ਸਮਾਂ ਵਿਸਥਾਰ ਦਾ ਨਹੀਂ, ਦਾਸ ਸੰਖੇਪ ਵਿੱਚ ਬੇਨਤੀ ਕਰ ਰਿਹਾ ਹੈ। ਮਹਾਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਰਚਨਾ ਦਾ ਆਦੇਸ਼ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰਨ ਤੋਂ ਉਪਰੰਤ ਆਪ ਜੀ ਨੇ ਆਪ ਕੀਤਾ। ਸਰੋਵਰ ਦੀ ਸੇਵਾ ਵੀ ਆਪ ਜੀ ਨੇ ਆਰੰਭ ਕੀਤੀ ਸੀ, ਜਿਸ ਨੂੰ ਸਿਰੇ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੇ ਚਾੜਿਆ। ਬੇਅੰਤ ਬਖਸ਼ਿਸ਼ਾਂ ਵਰਤਾਈਆਂ, ਬੇਅੰਤ ਜੀਵਾਂ ਦਾ ਪਾਰ ਉਤਾਰਾ ਕੀਤਾ। ਕੀ ਸੰਸਾਰ ਦੇ ਭੋਗ ਪਦਾਰਥ ਉਹ ਵੀ ਬਖਸ਼ਿਸ਼ ਕੀਤੇ ਤੇ ਵਾਹਿਗੁਰੂ ਦਾ ਮਿਲਾਪ ਵੀ ਬਖਸ਼ਿਆ। ਇਉਂ ਗੁਰੂ ਕੀਆਂ ਰਹਿਮਤਾਂ ਦਾ ਕੋਈ ਅੰਤ ਨਹੀਂ, ਕੋਈ ਪਾਰ ਬੰਨਾ ਨਹੀਂ। ਤੇ ਕੱਲ ਆਪਾਂ ਵਿਚਾਰ ਕੀਤੀ ਸੀ ਕਿ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਸਰਬ ਗੁਣ ਸੰਪੰਨ ਜਾਣ ਕੇ ਆਪ ਜੀ ਨੇ ਭਾਦਰੋਂ ਸੁਦੀ ਦੂਜ ਵਾਲੇ ਦਿਨ ਸੰਮਤ 1638 ਬਿਕਰਮੀ ਨੂੰ ਗੁਰਤਾ ਗੱਦੀ ਤੇ ਸੁਭਾਏਮਾਨ ਕੀਤਾ। ਬਾਬਾ ਬੁੱਢਾ ਸਾਹਿਬ ਜੀ ਨੂੰ ਆਗਿਆ ਹੋਈ ਸੀ ਆਪ ਜੀ ਦੀ, ਤੇ ਬਾਬਾ ਜੀ ਨੇ ਸੇਵਾ ਨਿਭਾਈ ਗੁਰਤਾ ਤੇ ਸੁਸ਼ੋਭਿਤ ਕਰਨ ਦੀ। ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕਰਨ ਉਪਰੰਤ ਦੀਵਾਨ ਦੀ ਸੰਪੂਰਨਤਾ ਹੋਈ। ਸਭ ਆਪੋ ਆਪਣੇ ਥਾਵਾਂ ਤੇ ਗਏ। ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਵੀ ਆਪਣੇ ਗ੍ਰਹਿ ਗੁਰੂ ਕੇ ਮਹਿਲ ਵਿਖੇ ਗਏ। ਪ੍ਰਿਥੀ ਚੰਦ ਜੋ ਆਪ ਜੀ ਦਾ ਵੱਡਾ ਪੁੱਤਰ ਸੀ ਪਰ ਹੈ ਖੋਟਾ ਸੀ ਅੰਦਰੋਂ, ਇਤਿਹਾਸ ਵਿੱਚ ਵਰਣਨ ਆਉਂਦਾ ਹੈ ਕਿ ਉਹ ਤਾਂ ਪਹਿਲਾਂ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਉੱਚਾ ਨੀਵਾਂ ਬੋਲਿਆ। ਬਾਬਾ ਬੁੱਢਾ ਜੀ ਨੂੰ ਬਚਨ ਕੀਤੇ ਕਿ ਮੈਂ ਤਾਂ ਤੁਹਾਨੂੰ ਸਿਆਣਾ ਸਮਝਦਾ ਸੀ, ਗੁਰੂ ਨਾਨਕ ਸਾਹਿਬ ਦੇ ਤੁਸੀਂ ਸਿੱਖ ਸੀ, ਪਰ ਤੁਸਾਂ ਕੀ ਕੀਤਾ? ਜੇ ਪਿਤਾ ਸਤਿਗੁਰੂ ਮੇਰੇ ਨਾਲ ਨਾਰਾਜ਼ ਸੀ ਤਾਂ ਤੁਹਾਨੂੰ ਤਾਂ ਇਹ ਗੱਲ ਸੋਚਣੀ ਚਾਹੀਦੀ ਸੀ ਕਿ ਮੈਂ ਵੱਡਾ ਹਾਂ, ਮੇਰਾ ਹੱਕ ਬਣਦਾ ਹੈ। ਬਾਬਾ ਬੁੱਢਾ ਸਾਹਿਬ ਜੀ ਨੇ ਸਮਝਾਇਆ ਕਿ ਐ ਪ੍ਰਿਥੀ ਚੰਦ, ਜੇ ਤੂੰ ਸੇਵਾ ਕੀਤੀ ਹੁੰਦੀ, ਜੇ ਤੂੰ ਨਿਰਮਾਣਤਾ ਵਿੱਚ ਰਿਹਾ ਹੁੰਦਾ, ਜੇ ਤੂੰ ਗੁਰੂ ਕੀ ਸਿੱਖੀ ਕਮਾਈ ਹੁੰਦੀ ਤਾਂ ਜ਼ਰੂਰ ਗੁਰੂ ਪਿਤਾ ਤੇਰੇ ਤੇ ਪ੍ਰਸੰਨ ਹੁੰਦੇ। ਘਾਟ ਤਾਂ ਤੇਰੇ ਆਪਣੇ ਵਿੱਚ ਸੀ ਤੇ ਦੋਸ਼ੀ ਤੂੰ ਦੂਜਿਆਂ ਨੂੰ ਠਹਿਰਾਉਣਾ ਹੈ। ਇਹ ਗੁਰਤਾ ਕੋਈ ਦੁਨੀਆ ਦਾ ਰਾਜ ਭਾਗ ਨਹੀਂ ਕਿ ਇੱਕ ਰਾਜੇ ਤੋਂ ਉਪਰੰਤ ਉਹਦਾ ਵੱਡਾ ਰਾਜਕੁਮਾਰ ਜਿਹੜਾ ਹੈ ਉਹ ਮਾਲਕ ਬਣੇਗਾ। ਇਹ ਤਾਂ ਧੁਰੋਂ ਆਈ ਹੋਈ ਇਲਾਹੀ ਦਾਤ ਹੈ। ਬਾਬਾ ਜੀ ਤੋਂ ਬਚਨ ਸੁਣ ਕੇ ਪ੍ਰਿਥੀਆ ਘਰ ਚਲਿਆ ਗਿਆ। ਭੁੱਲ ਗਿਆ ਸਤਕਾਰ ਗੁਰੂ ਕਾ, ਭੁੱਲ ਗਿਆ ਸਤਕਾਰ ਆਪਣੇ ਪਿਤਾ ਦਾ। ਬਹੁਤ ਉੱਚਾ ਨੀਵਾਂ ਬੋਲਿਆ, ਤੁਸਾਂ ਮੇਰਾ ਹੱਕ ਛੋਟੇ ਨੂੰ ਦੇ ਦਿੱਤਾ ਹੈ। ਬਹੁਤ ਇਹੋ ਜਿਹੇ ਲਫ਼ਜ਼ ਕਹੇ ਜਿਹੜੇ ਲਿਖੇ ਬੋਲੇ ਨਹੀਂ ਜਾ ਸਕਦੇ। ਦਇਆ ਦੇ ਭੰਡਾਰ ਬਖਸ਼ਿਸ਼ਾਂ ਕਰਨ ਵਾਲੇ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਵਕਤ ਪ੍ਰਿਥੀ ਚੰਦ ਨੂੰ ਸਮਝਾਉਂਦਿਆਂ ਹੋਇਆਂ ਸਾਰੰਗ ਰਾਗ ਵਿੱਚ ਗੁਰੂ ਕੀ ਬਾਣੀ ਦਾ ਸ਼ਬਦ ਉਚਾਰਨ ਕੀਤਾ ਸੀ। ਕਾਹੇ ਪੂਤ ਝਗਰਤ ਹਾਉ ਸੰਗ ਬਾਪ, ਜਿਨਕੇ ਜਣੇ ਬਡੀਰੇ ਤੁਮ ਹਾਉ, ਤਿਨ ਸਿਉ ਝਗਰਤ ਪਾਪ। ਪ੍ਰਿਥੀਏ ਨੇ ਇਉਂ ਲੜਦਿਆਂ ਝਗੜਦਿਆਂ ਇਹ ਗੱਲਾਂ ਕਹੀਆਂ ਸਨ, ਮੇਰੇ ਕੋਲ ਬੜਾ ਧਨ ਪਦਾਰਥ ਹੈ, ਬਹੁਤ ਮਾਇਆ ਮੇਰੇ ਕੋਲ ਸਾਂਭੀ ਪਈ ਹੈ, ਮੈਂ ਉਸ ਮਾਇਆ ਦੇ ਬਲਬੂਤੇ ਸਾਰੇ ਮਸੰਦ ਆਪਣੇ ਵੱਲ ਕਰ ਲਵਾਂਗਾ। ਉਹ ਮਾਇਆ ਕਿਸੇ ਬਾਦਸ਼ਾਹੀ ਅਹਿਲਕਾਰ ਨੂੰ, ਸੈਨਾਪਤੀ ਨੂੰ ਦੇ ਕੇ ਮੈਂ ਪਿਓ ਪੁੱਤ ਤੁਹਾਨੂੰ ਦੋਵਾਂ ਨੂੰ ਗ੍ਰਿਫਤਾਰ ਕਰਾਵਾਂਗਾ ਤੇ ਗੁਰਤਾ ਦੇ ਸਿੰਘਾਸਣ ਤੇ ਕਬਜ਼ਾ ਕਰ ਲਵਾਂਗਾ। ਮਹਾਰਾਜ ਨੇ ਬਚਨ ਕੀਤੇ ਕਿ ਜਿਸ ਧਨ ਕਾ ਤੁਮ ਗਰਬ ਕਰਤ ਹਾਓ, ਸੋ ਧਨ ਕਿਸੈ ਨਾ ਆਪ, ਖਿਨ ਮਹਿ ਛੋੜ ਜਾਏ ਬਿਖਿਆ ਰਸ, ਤਾਉ ਲਾਗੈ ਪਛਤਾਪ। ਤੇ ਸਿੱਖਿਆ ਦਿੰਦਿਆਂ ਬਚਨ ਕਹੇ ਸੀ ਕਿ ਜੋ ਤੁਮਰੇ ਹਰ ਹੋਤੇ ਸੁਆਮੀ, ਜੋ ਤੁਮਰੇ ਪ੍ਰਭ ਹੋਤੇ ਸੁਆਮੀ, ਹਰ ਤਿਨ ਕੇ ਜਪ ਹੋ ਜਾਪ, ਉਪਦੇਸ਼ ਕਹਿਤ ਨਾਨਕ ਜਨ ਤੁਮ ਕਉ, ਜੋ ਸੁਨਹੁ ਤੋ ਜਾਏ ਸੰਤਾਪ।
ਐ ਪੁੱਤਰ ਆਪਣੇ ਮਨ ਵਿੱਚੋਂ ਈਰਖਾ ਛੱਡ, ਵੈਰ ਵਿਰੋਧ ਛੱਡ, ਧਨ ਦਾ ਹੰਕਾਰ ਨਾ ਕਰ। ਇਹ ਨਾਲ ਨਿਭਣ ਵਾਲਾ ਨਹੀਂ। ਪ੍ਰਮਾਤਮਾ ਦਾ ਨਾਮ ਜਪ, ਵਾਹਿਗੁਰੂ ਦੀ ਬੰਦਗੀ ਕਰ, ਗੁਰੂ ਕੀ ਆਗਿਆ ਵਿੱਚ ਰਹੋ। ਉਪਦੇਸ਼ ਦਾ ਅਸਰ ਤਾਂ ਕਠੋਰ ਮਨ ਤੇ ਕੀ ਹੋਣਾ ਸੀ, ਸਗੋਂ ਹੋਰ ਵੀ ਧਮਕ ਕੇ ਬੋਲਦਾ ਕਿ ਪਹਿਲਾਂ ਮੇਰਾ ਹੱਕ ਛੋਟੇ ਨੂੰ ਦੇ ਦਿੱਤਾ ਹੈ ਤੇ ਹੁਣ ਮੈਨੂੰ ਉਪਦੇਸ਼ ਦਿੰਦੇ ਨੇ, ਹੁਣ ਮੈਂ ਉਪਦੇਸ਼ ਕਮਾਵਾਂਗਾ, ਆਪਣੇ ਛੋਟੇ ਦਾ ਮੈਂ ਦਾਸ ਬਣ ਜਾਵਾਂ ਤੇ ਨਾਮ ਜਪਾਂ, ਇਹ ਚੰਗੀ ਮੈਨੂੰ ਸਿੱਖਿਆ ਦੇ ਰਹੇ ਹੋ। ਫਿਰ ਉਹੀ ਗੱਲਾਂ ਦੁਹਰਾਈਆਂ ਕਿ ਮੈਂ ਅਕਬਰ ਬਾਦਸ਼ਾਹ ਦੇ ਨਾਲ ਗੰਢ ਤੁੱਪ ਕਰਕੇ, ਸੋ ਇਉਂ ਜਹਾਂਗੀਰ ਔਰ ਉਸ ਦਾ ਜੋ ਹੋਰ ਸਾਰਾ ਤਾਣਾ ਬਾਣਾ ਹੈ ਮੈਂ ਫੌਜਾਂ ਚੜ੍ਹਾ ਕੇ ਲਿਆਵਾਂਗਾ ਤੇ ਤੁਹਾਡੇ ਬਣਾਏ ਗੁਰੂ ਅਰਜਨ ਨੂੰ ਮੈਂ ਗ੍ਰਿਫਤਾਰ ਕਰਵਾਵਾਂਗਾ। ਜਦੋਂ ਇਹੋ ਜਿਹੀਆਂ ਗੱਲਾਂ ਕਹੀਆਂ ਤਾਂ ਉਸ ਵਕਤ ਸੂਹੀ ਰਾਗ ਵਿੱਚ ਮਹਾਰਾਜ ਜੀ ਨੇ ਫਿਰ ਅਗਲਾ ਸ਼ਬਦ ਉਚਾਰਿਆ ਸੀ, ਜੋ ਕਿ ਸਤਿਗੁਰੂ ਰਾਮਦਾਸ ਜੀ ਦਾ ਆਪਣੀ ਸਰੀਰਕ ਹਯਾਤੀ ਦੇ ਵਿੱਚ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਅਖੀਰਲਾ ਉਚਾਰਨ ਕੀਤਾ ਹੋਇਆ ਸ਼ਬਦ ਹੈ। ਮਹਾਰਾਜ ਨੇ ਬਚਨ ਕੀਤਾ, ਤਿਨੀ ਅੰਤਰ ਹਰ ਆਰਾਧਿਆ, ਜਿਨ ਕੈ ਤੁਰ ਲਿਖਿਆ ਲਿਖਤ ਲਿਲਾਰਾ, ਤਿਨ ਕੀ ਬਖੀਲੀ ਕੋਈ ਕਿਆ ਕਰੇ, ਜਿਨ ਕਾ ਅੰਗ ਕਰੇ ਮੇਰਾ ਹਰ ਕਰਤਾਰਾ। ਭਾਈ ਤੂੰ ਕਦੋਂ ਪ੍ਰਮਾਤਮਾ ਦਾ ਆਰਾਧਨ ਕਰ ਸਕਦਾ ਹੈ, ਤੂੰ ਕਦੋਂ ਨਾਮ ਜਪ ਸਕਦਾ ਹੈ, ਤੇਰੇ ਕਰਮਾਂ ਵਿੱਚ, ਤੇਰੇ ਲੇਖਾਂ ਵਿੱਚ ਹੀ ਨਹੀਂ। ਉਹਨਾਂ ਵਡਭਾਗੀਆਂ ਨੇ ਆਪਣੇ ਹਿਰਦੇ ਵਿੱਚ ਵਾਹਿਗੁਰੂ ਦੇ ਨਾਮ ਦੀ ਆਰਾਧਨਾ ਕੀਤੀ ਹੈ, ਜਿਨ੍ਹਾਂ ਦੇ ਮਸਤਕ ਉੱਪਰ ਧੁਰੋਂ ਹੀ ਵਾਹਿਗੁਰੂ ਨੇ ਕਿਰਪਾ ਭਰੇ ਲੇਖ ਪਾਏ ਹੋਏ ਨੇ। ਉਹਨਾਂ ਦੀ ਕੋਈ ਬਖੀਲੀ ਕੀ ਕਰ ਸਕਦਾ ਹੈ, ਉਹਨਾਂ ਦਾ ਕੋਈ ਵਿਗਾੜ ਕੀ ਸਕਦਾ ਹੈ, ਉਹਨਾਂ ਦੀ ਕੋਈ ਨਿੰਦਾ ਚੁਗਲੀ ਕੀ ਕਰ ਸਕਦਾ ਹੈ, ਜਿਨ੍ਹਾਂ ਦਾ ਪੱਖ ਮੇਰਾ ਕਰਤਾਰ ਅਕਾਲ ਪੁਰਖ ਵਾਹਿਗੁਰੂ ਕਰੇ, ਜਿਨ੍ਹਾਂ ਦੇ ਵੱਲ ਉਹ ਵਾਹਿਗੁਰੂ ਹੋਵੇ। ਹਰ ਹਰ ਧਿਆਏ ਮਨ, ਮੇਰੇ ਮਨ ਧਿਆਏ ਹਰ, ਜਨਮ ਜਨਮ ਕੇ ਸਭ ਦੁੱਖ ਨਿਵਾਰਨ ਹਾਰਾ। ਤੈਨੂੰ ਅਜੇ ਵੀ ਸਮਝਾਉਂਦੇ ਆ, ਵਾਹਿਗੁਰੂ ਨੂੰ ਧਿਆ, ਮਨ ਅੰਦਰ ਪ੍ਰਮਾਤਮਾ ਦੀ ਆਰਾਧਨਾ ਕਰ, ਜੋ ਜਨਮ ਜਨਮ ਦੇ ਸਾਰੇ ਦੁੱਖ ਨਿਵਰਤ ਕਰਨ ਵਾਲਾ ਹੈ। ਤੇ ਇਸ ਸ਼ਬਦ ਦੇ ਅਖੀਰਲੇ ਪਦੇ ਵਿੱਚ ਸਤਿਗੁਰੂ ਗਰੀਬ ਨਿਵਾਜ ਜੀ ਨੇ ਬਚਨ ਕੀਤੇ, ਜਿਸ ਘਰ ਵਿਰਤੀ ਸੋਈ ਜਾਣੈ, ਜਗਤ ਗੁਰ ਨਾਨਕ ਪੂਛ ਕਰਹੁ ਵਿਚਾਰਾ, ਚਾਹੋ ਪੀੜੀ ਆਦ ਜੁਗਾਦ, ਬਖੀਲੀ ਕਿਨੈ ਨਾ ਪਾਇਓ, ਹਰ ਸੇਵਕ ਭਾਏ ਨਿਸਤਾਰਾ। ਭਾਈ ਚੌਹਾਂ ਪੀੜੀਆਂ ਤੱਕ ਵਿਚਾਰ ਕਰ ਲੈ, ਕਿਸੇ ਨੇ ਬਖੀਲੀ ਕਰਕੇ, ਚੁਗਲੀ ਨਿੰਦਿਆ ਕਰਕੇ, ਧੱਕੋ ਜੋਰੀ ਜਾਂ ਦਾਅਵੇ ਕਰਕੇ ਪ੍ਰਾਪਤੀ ਨਹੀਂ ਕੀਤੀ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੇ ਦੋਹਾਂ ਪੁੱਤਰਾਂ ਨੂੰ ਛੱਡ ਕੇ ਸੇਵਕ ਨੂੰ ਗੁਰਤਾ ਦੀ ਦਾਤ ਬਖਸ਼ੀ। ਸਤਿਗੁਰੂ ਅੰਗਦ ਦੇਵ ਸਾਹਿਬ ਜੀ ਨੇ ਦੋਹਾਂ ਪੁੱਤਰਾਂ ਨੂੰ ਛੱਡ ਕੇ ਸੇਵਕ ਨੂੰ ਇਸ ਵਡਿਆਈ ਦਾ ਮਾਲਕ ਬਣਾਇਆ। ਅੱਗੋਂ ਸਤਿਗੁਰੂ ਅਮਰਦਾਸ ਜੀ ਨੇ ਵੀ ਦੋਹਾਂ ਪੁੱਤਰਾਂ ਨੂੰ ਛੱਡ ਕੇ ਆਪਣੇ ਸੇਵਕ ਜਾਣ ਕੇ ਸਾਡੇ ਤੇ ਕਿਰਪਾ ਕੀਤੀ। ਚੌਹਾਂ ਪੀੜ੍ਹੀਆਂ ਤੱਕ ਜੋ ਵਰਤਾਰਾ ਵਰਤਦਾ ਆਇਆ ਉਹੀ ਅੱਗੇ ਵਰਤਿਆ ਹੈ। ਭਾਈ ਆਪਣੇ ਦਾਅਵੇ ਕਰਕੇ, ਕੋਈ ਬਖੀਲੀ ਜਾਂ ਹੋਰ ਕੋਈ ਸਾਧਨ ਕਰਕੇ ਨਹੀਂ, ਇਹ ਤਾਂ ਸੇਵਕ ਭਾਵਨਾ ਧਾਰਨ ਕਰਕੇ ਹੀ ਗੁਰੂ ਕੀ ਕਿਰਪਾ ਦੇ ਪਾਤਰ ਬਣੀਦਾ ਹੈ। ਪਰ ਪਿਰਥੀਆ ਨਾ ਸਮਝਿਆ, ਗੁਰੂ ਕੇ ਬਚਨ ਨਾ ਕਮਾਏ, ਸਾਰੀ ਜ਼ਿੰਦਗੀ ਨਹੀਂ ਸੀ ਕਮਾਏ, ਗੁਰੂ ਕੇ ਹੁੰਦਿਆਂ ਹੁਣ ਕੀ ਕਮਾਉਣੇ ਸੀ। ਇਉਂ ਅਵਾ ਤਵਾ ਬੋਲਦਾ ਹੋਇਆ ਆਪਣੇ ਘਰ ਨੂੰ ਚਲਾ ਗਿਆ। ਇੱਧਰ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਿਆਰੀ ਕਰਵਾਈ ਔਰ ਆਪ ਜੀ ਨੇ ਗੋਇੰਦਵਾਲ ਸਾਹਿਬ ਨੂੰ ਚਾਲੇ ਪਾਏ। ਆਪ ਜੀ ਦੇ ਮਹਿਲ ਸਾਡੇ ਸਤਿਕਾਰਯੋਗ ਮਾਤਾ ਭਾਨੀ ਜੀ, ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ, ਬਾਬਾ ਬੁੱਢਾ ਸਾਹਿਬ ਜੀ, ਹੋਰ ਸਿੱਖ ਸੰਗਤਾਂ ਸਾਰਿਆਂ ਨੇ ਨਾਲ ਚਾਲੇ ਪਾਏ। ਪਿਰਥੀਏ ਨੂੰ ਕਿਸੇ ਨੇ ਖਬਰ ਤੱਕ ਵੀ ਨਾ ਕੀਤੀ। ਗੁਰੂ ਕਾ ਰੁਖ ਜਾਣ ਕੇ ਗੋਇੰਦਵਾਲ ਸਾਹਿਬ ਵਿਖੇ ਪਹੁੰਚ ਕੇ ਧੰਨ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ, ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪਰਿਵਾਰ ਨੂੰ, ਬਾਬਾ ਮੋਹਨ ਜੀ ਨੂੰ, ਬਾਬਾ ਮੋਹਰੀ ਜੀ ਨੂੰ, ਸਮੁੱਚੇ ਪਰਿਵਾਰ ਨੂੰ ਮਿਲੇ ਔਰ ਸਾਰੀ ਵਾਰਤਾ ਜਿਹੜੀ ਸੀ ਉਹ ਦੱਸੀ ਕਿ ਅਸੀਂ ਗੁਰਤਾ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸੁਭਾਏ ਮਾਨ ਕਰ ਦਿੱਤਾ ਹੈ, ਤੁਸਾਂ ਇਹਨਾਂ ਦਾ ਸਾਥ ਦੇਣਾ ਹੈ। ਇਉਂ ਉੱਥੇ ਇੱਕ ਰਾਤ ਦਾ ਵਾਸਾ ਕਰਕੇ ਭਾਦਰੋਂ ਸੁਦੀ ਤੀਜ ਵਾਲੇ ਦਿਨ ਧੰਨ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਵਿਖੇ ਜੋਤੀ ਜੋਤ ਸਮਾਏ ਸਨ। ਸੋ ਇਉਂ ਸਤਿਗੁਰੂ ਜੀ ਨੇ ਇਹ ਕੌਤਕ ਵਰਤਾਇਆ। ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਦੇਖ ਰੇਖ ਹੇਠ
ਬਾਬਾ ਮੋਹਰੀ ਜੀ ਦੇ ਸਾਰੇ ਪ੍ਰਬੰਧ ਦੇ ਹੇਠਾਂ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪੰਜ ਭੂਤਕ ਪਰਮ ਪਵਿੱਤਰ ਸਰੀਰ ਦੀ ਅੰਤਮ ਕਿਰਿਆ ਹੋਈ, ਸੰਸਕਾਰ ਹੋਇਆ। ਹੋਰ ਗੁਰਮਤਿ ਦੀ ਜੋ ਰੀਤ ਸੀ ਉਹ ਸਾਰੀ ਵਰਤੀ। ਇਉਂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੁਨੀਆ ਤੇ ਮਹਾਨ ਬਖਸ਼ਿਸ਼ਾਂ ਵਰਤਾਉਂਦੇ ਹੋਏ ਭਾਦਰੋਂ ਸੁਦੀ ਤੀਜ ਸੰਮਤ 1638 ਬਿਕਰਮੀ ਨੂੰ ਜੋਤੀ ਜੋਤ ਸਮਾਏ। ਧੰਨ ਹਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਬਾਰੇ ਇਹ ਬਚਨ ਭੱਟਾਂ ਨੇ ਕਹੇ ਨੇ, ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟ ਹੈ ਖੇਨ। ਜਿਨ੍ਹਾਂ ਸਤਿਗੁਰਾਂ ਦਾ ਸਿਮਰਨ ਕਰਨ ਕਰਕੇ ਅਗਿਆਨਤਾ ਦਾ ਹਨੇਰਾ ਜਿਹੜਾ ਮਨ ਬੁੱਧ ਰੂਪੀ ਨੇਤਰਾਂ ਵਿੱਚੋਂ ਮਿਟ ਜਾਂਦਾ ਹੈ। ਪ੍ਰਤੱਖ ਤੌਰ ਤੇ ਵੀ ਨੇਤਰਾਂ ਦਾ ਹਨੇਰਾ ਨਾਸ ਹੋ ਜਾਂਦਾ ਹੈ, ਨੈਣਾਂ ਵਿੱਚ ਜੋਤ ਪ੍ਰਾਪਤ ਹੋ ਜਾਂਦੀ ਹੈ। ਜਿਹ ਸਤਿਗੁਰ ਸਿਮਰੰਥ ਹਿਰਦੈ ਹਰ ਨਾਮ ਦਿਨੋਂ ਦਿਨ। ਜਿਨ੍ਹਾਂ ਸਤਿਗੁਰਾਂ ਨੂੰ ਸਿਮਰਦਿਆਂ ਹੋਇਆਂ ਦਿਨੋਂ ਦਿਨ ਹਿਰਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਵਾਸਾ ਹੁੰਦਾ ਹੈ। ਜਿਹ ਸਤਿਗੁਰ ਸਿਮਰੰਥ ਜੀਅ ਕੀ ਤਪਤ ਮਿਟਾਵੈ। ਜਿਨ੍ਹਾਂ ਸਤਿਗੁਰਾਂ ਦਾ ਸਿਮਰਨ ਕਰਕੇ ਇਨਸਾਨ ਆਪਣੇ ਜੀਵ ਦੀ, ਆਪਣੇ ਅੰਤਰ ਆਤਮੇ ਦੀ ਦੁੱਖਾਂ ਵਿਕਾਰਾਂ ਤੇ ਪਾਪਾਂ ਦੀ ਤਪਸ਼ ਨੂੰ ਮਿਟਾ ਲੈਂਦਾ ਹੈ। ਜਿਹ ਸਤਿਗੁਰ ਸਿਮਰੰਥ ਰਿੱਧ ਸਿੱਧ ਨਵ ਨਿਧ ਪਾਵੈ। ਜਿਨ੍ਹਾਂ ਸਤਿਗੁਰਾਂ ਦਾ ਸਿਮਰਨ ਕਰਦਿਆਂ ਹੋਇਆਂ ਇਹ ਜੀਵ ਰਿੱਧੀਆਂ ਸਿੱਧੀਆਂ ਨੌ ਨਿਧੀਆਂ ਸਾਰੀਆਂ ਹੀ ਬਰਕਤਾਂ ਨੂੰ ਪ੍ਰਾਪਤ ਕਰ ਲੈਂਦਾ ਹੈ। ਕੌਣ ਹਨ ਐਸੇ ਸਤਿਗੁਰੂ? ਸੋਈ ਰਾਮਦਾਸ ਗੁਰ ਬਲ ਭਣ। ਭੱਟ ਬਲ ਜੀ ਉਚਾਰਨ ਕਰਦੇ ਨੇ ਕਿ ਐਸੇ ਸਤਿਗੁਰੂ ਹਨ ਮਹਾਨ ਬਖਸ਼ਿਸ਼ਾਂ ਕਰਨ ਵਾਲੇ, ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਐਸੇ ਬਖਸ਼ਿਸ਼ਾਂ ਦੇ ਭੰਡਾਰ ਨੇ, ਮਿਲ ਸੰਗਤ ਧੰਨ ਧੰਨ ਕਰਹੁ। ਐ ਸਾਧ ਸੰਗਤ ਜੀ ਮਿਲ ਕੇ ਗੁਰੂ ਕੀ ਸੰਗਤ ਵਿੱਚ ਉਚਾਰਨ ਕਰੋ, ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ, ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ। ਮਿਲ ਸੰਗਤ ਧੰਨ ਧੰਨ ਕਰੋ। ਜਿਹ ਸਤਿਗੁਰ ਲਗ ਪ੍ਰਭ ਪਾਈਐ। ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਐਸੇ ਹਨ ਜਿਨ੍ਹਾਂ ਦੇ ਚਰਣੀ ਲੱਗ ਕੇ ਪ੍ਰਭੂ ਪਰਮਾਤਮਾ ਵਾਹਿਗੁਰੂ ਨੂੰ ਪਾ ਲਈਦਾ ਹੈ। ਸੋ ਸਤਿਗੁਰ ਸਿਮਰਹੁ ਨਰਹੁ। ਐ ਦੁਨੀਆ ਦੇ ਮਨੁੱਖੋ, ਐ ਇਨਸਾਨੋ, ਐ ਗੁਰੂ ਕੇ ਪਿਆਰਿਓ, ਐਸੇ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨੂੰ ਸਦਾ ਚੇਤੇ ਕਰੋ, ਸਦਾ ਯਾਦ ਕਰੋ। ਰਾਏ ਸੱਤਾ ਬਲਵੰਡ ਜੀ ਉਹ ਬਚਨ ਉਚਾਰਨ ਕਰਦੇ ਨੇ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਸੋ ਧੰਨ ਹਨ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ, ਜਿਸ ਪਰਮਾਤਮਾ ਨੇ ਆਪ ਜੀ ਨੂੰ ਸਿਰਜਿਆ ਉਸੇ ਨੇ ਸਵਾਰਿਆ, ਗੁਰੂ ਰੂਪ ਕਰਕੇ ਸ਼ੋਭਿਤ ਕੀਤਾ ਹੈ। ਐਸੀਆਂ ਬਖਸ਼ਿਸ਼ਾਂ ਅਕਾਲ ਪੁਰਖ ਤੋਂ ਆਪ ਜੀ ਨੇ ਪ੍ਰਾਪਤ ਕੀਤੀਆਂ ਤੇ ਕੁੱਲ ਦੁਨੀਆ ਦੇ ਵਿੱਚ ਵਰਤਾਈਆਂ। ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਗੁਰੂ ਕਿਆ ਸਿੱਖਾਂ ਨੇ, ਸਮੂਹ ਸੰਗਤਾਂ ਨੇ ਪ੍ਰਮਾਤਮਾ ਦਾ ਪ੍ਰਤੱਖ ਰੂਪ ਜਾਣ ਕੇ ਆਪ ਜੀ ਨੂੰ ਨਮਸਕਾਰਾਂ ਕੀਤੀਆਂ, ਆਦਰ ਕੀਤਾ, ਸਤਿਕਾਰ ਕੀਤਾ ਹੈ। ਤੇ ਜਿਨੇ ਤੂੰ ਸੇਵਿਆ ਭਾਉ ਕਰ, ਸੇ ਤੁਧ ਪਾਰ ਉਤਾਰਿਆ। ਹੇ ਸਤਿਗੁਰੂ ਰਾਮਦਾਸ ਜੀ, ਜਿਨ੍ਹਾਂ ਨੇ ਪ੍ਰੇਮ ਧਾਰਨ ਕਰਕੇ, ਭਾਵਨਾ ਧਾਰਨ ਕਰਕੇ ਆਪ ਜੀ ਦੀ ਸੇਵਾ ਕੀਤੀ, ਉਹਨਾਂ ਨੂੰ ਦੁਨੀਆ ਤੇ ਤਾਂ ਸਾਰੇ ਆਨੰਦ ਬਖਸ਼ੇ ਬਖਸ਼ੇ, ਸੰਸਾਰ ਸਾਗਰ ਤੋਂ ਉਹਨਾਂ ਨੂੰ ਪਾਰ ਵੀ ਉਤਾਰ ਦਿੱਤਾ। ਪਾਰ ਉਤਾਰਾ ਕਰਕੇ ਵਾਹਿਗੁਰੂ ਵਿੱਚ ਅਭੇਦ ਕਰ ਦਿੱਤਾ। ਕਾਮ ਕ੍ਰੋਧ ਲੱਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਭ ਪਰਵਾਰਿਆ। ਇਹ ਜਿਹੜੇ ਔਗਣ ਨੇ, ਲੱਭ ਲੋਭ ਕਾਮ ਕ੍ਰੋਧ ਲੋਭ ਮੋਹ ਹੰਕਾਰ, ਸਾਰਿਆਂ ਔਗਣਾਂ ਆਸਾ ਤ੍ਰਿਸ਼ਨਾ ਮਨਸਾ ਇਤਿਆਦਿਕ ਔਗਣਾਂ ਦੇ ਪਰਿਵਾਰ ਸਮੇਤ ਇਹਨਾਂ ਵਿਕਾਰਾਂ ਨੂੰ ਸਿੱਖਾਂ ਦੇ ਮਨ ਵਿੱਚੋਂ ਮਾਰ ਕੇ ਕੱਢ ਦਿੱਤਾ। ਐਸੀਆਂ ਬਖਸ਼ਿਸ਼ਾਂ ਕਰਨ ਵਾਲੇ ਹਨ ਧੰਨ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ। ਗੁਰੂ ਕੀ ਪਵਿੱਤਰ ਯਾਦ ਗੁਰਸਿੱਖਾਂ ਦੇ ਹਿਰਦੇ ਵਿੱਚ ਸਦਾ ਵਸਦੀ ਹੈ ਤੇ ਸਤਿਗੁਰਾਂ ਦੇ ਪੁਰਬ ਗੁਰਪੁਰਬ ਜੋ ਹਨ ਇਹ ਸੰਗਤਾਂ ਨੇ ਸ਼ਰਧਾ ਭਾਵਨਾ ਨਾਲ ਮਨਾਏ ਨੇ। ਆਓ ਅੱਜ ਦਾ ਜੋ ਗੁਰੂ ਕਾ ਬਖਸ਼ਿਸ਼ ਕੀਤਾ ਹੋਇਆ ਪਾਵਨ ਉਪਦੇਸ਼ ਹੈ ਲੜੀਵਾਰ ਕਥਾ ਦੌਰਾਨ, ਤੇ ਇਸ ਦੀ ਵਿਚਾਰ ਦੇ ਨਾਲ ਆਪਣੀਆਂ ਮਨਚਿਤ ਬਿਰਤੀਆਂ ਨੂੰ ਜੋੜੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਰਗ ਮਹੱਲਾ ਪੰਜਵਾ। ਘਰ ਛੇਵਾਂ ਪੜਤਾਲ। ਧੰਨ ਧੰਨ ਪੰਚਮ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸਾਰੰਗ ਰਾਗ ਵਿੱਚ ਰਾਗ ਦੇ ਦੂਸਰੇ ਘਰ ਭਾਵ ਸੁਰ ਤਾਲ ਵਿੱਚ ਸ਼ਬਦ ਉਚਾਰਨ ਕਰਕੇ ਉਪਦੇਸ਼ ਬਖਸ਼ਿਸ਼ ਕਰਦੇ ਨੇ।
ਤੇ ਨਾਲ ਸਿਰਲੇਖ ਵਿੱਚ ਅੱਖਰ ਆਇਆ ਹੈ ਪੜਤਾਲ। ਇਹ ਇੱਕ ਗਾਇਕੀ ਦਾ ਢੰਗ ਹੈ। ਅਨੇਕ ਪ੍ਰਕਾਰ ਦੀਆਂ ਪੱਧਤੀਆਂ ਹਨ ਗਾਇਕੀ ਦੀਆਂ, ਉਹਨਾਂ ਵਿੱਚੋਂ ਇੱਕ ਪੜਤਾਲ ਪੱਧਤੀ ਵੀ ਹੈ। ਪੜਤਾਲ ਤੋਂ ਭਾਵ ਹੈ ਤਾਲ ਦਾ ਪਰਤਾਓ, ਜਿਹਦੇ ਵਿੱਚ ਤਾਲ ਹੀ ਤਾਲ ਪੈਣ, ਪਰਤਾ ਕੇ ਤਾਲ ਪੜ੍ਹੇ ਜਾਣ। ਸੰਗੀਤ ਦੀ ਸੋਝੀ ਰੱਖਣ ਵਾਲੇ ਇਹ ਜਾਣਦੇ ਨੇ ਕਿ ਕੋਈ ਤਬਲਾ, ਮਿਰਦੰਗ, ਪਖਾਵਜ ਇਤਿਆਦਿਕ ਜੋ ਵਜਾਈ ਜਾਂਦੀ ਹੈ, ਇਹਨਾਂ ਦੇ ਵੱਖਰੇ ਵੱਖਰੇ ਤਾਲ ਹੁੰਦੇ ਨੇ। ਆਮ ਤੌਰ ਤੇ ਜਦੋਂ ਕੁਝ ਗਾਇਨ ਕੀਤਾ ਜਾਂਦਾ ਹੈ ਰਾਗ ਵਿੱਚ ਤਾਂ ਇੱਕ ਕਿਸੇ ਨਾ ਕਿਸੇ ਇੱਕ ਤਾਲ ਵਿੱਚ ਗਾਇਨ ਕੀਤਾ ਜਾਂਦਾ ਹੈ, ਪਰ ਜਦੋਂ ਵੱਖੋ ਵੱਖਰੇ ਤਾਲਾਂ ਵਿੱਚ ਇੱਕ ਸ਼ਬਦ ਹੀ ਗਾਇਨ ਕੀਤਾ ਜਾਵੇ ਤਾਂ ਉਸ ਨੂੰ ਪੜਤਾਲ ਕਿਹਾ ਜਾਂਦਾ ਹੈ। ਤਾਲ ਨੂੰ ਪਰਤਾ ਕੇ ਗਾਉਣਾ। ਜੋ ਪੰਗਤੀ ਟੇਕ ਰੱਖ ਕੇ, ਧਾਰਨਾ ਰੱਖ ਕੇ ਰਾਗੀ ਸਿੰਘ ਵਾਰ-ਵਾਰ ਗਾਇਨ ਕਰਦੇ ਨੇ, ਉਸ ਨੂੰ ਮੁਖੜਾ ਅਥਵਾ ਅਸਥਾਈ ਕਿਹਾ ਜਾਂਦਾ ਹੈ। ਸਥਾਈ ਤੇ ਬਾਕੀ ਜਿਹੜੀਆਂ ਪੰਗਤੀਆਂ ਹਨ ਉਹਨਾਂ ਨੂੰ ਅੰਤਰੇ ਦੇ ਰੂਪ ਵਿੱਚ ਗਾਇਆ ਜਾਂਦਾ ਹੈ। ਕਿਸੇ ਇੱਕ ਵੱਡੇ ਤਾਲ ਦੇ ਵਿੱਚ ਅਸਥਾਈ ਗਾਇਨ ਕਰਨੀ, ਅੰਤਰਾ ਵੱਖਰੇ ਤਾਲ ਵਿੱਚ ਗਾਇਨ ਕਰਨਾ, ਦੂਸਰਾ ਅੰਤਰਾ ਉਹਦੇ ਤੋਂ ਵੀ ਵੱਖਰੇ ਤਾਲ ਵਿੱਚ, ਇਉਂ ਤਾਲਾਂ ਨੂੰ ਬਦਲ ਕੇ ਪਰਤਾ ਕੇ ਤਾਲਾਂ ਨੂੰ ਗਾਇਨ ਕਰਦਾ, ਇਸ ਗਾਇਕੀ ਨੂੰ ਪੜਤਾਲ ਕਿਹਾ ਜਾਂਦਾ ਹੈ। ਤੇ ਪੜਤਾਲ ਗਾਉਣ ਦੇ ਵਾਸਤੇ ਬਹੁਤ ਜ਼ਿਆਦਾ ਮਿਹਨਤ ਦੀ, ਰਾਗ ਵਿਦਿਆ ਦੀ ਜ਼ਰੂਰਤ ਹੁੰਦੀ ਹੈ। ਵਿਦਵਾਨ ਰਾਗੀ ਜਨ ਗੁਰੂ ਕੀ ਕਿਰਪਾ ਦੇ ਸਦਕਾ ਪੜਤਾਲ ਦੇ ਸ਼ਬਦ ਗਾਇਨ ਕਰਦੇ ਨੇ। ਗਾਇਨ ਕਰਨੇ ਔਖੇ ਨੇ। ਇਹਨਾਂ ਸ਼ਬਦਾਂ ਦਾ ਪਾਠ ਕਰਨਾ ਵੀ ਜਿਹੜਾ ਹੈ ਸਾਧ ਸੰਗਤ ਜੀ, ਉਹ ਵੀ ਮਹਿੰਗਾ ਹੈ, ਥੋੜਾ ਕਠਨ ਹੋਇਆ ਕਰਦਾ ਹੈ। ਵਿਸਰਾਮ ਜਿਹੜੇ ਲੱਗਣੇ ਨੇ ਪੰਗਤੀਆਂ ਦੇ, ਉਹ ਵੀ ਬੜੀ ਗੁਰੂ ਕੀ ਕਿਰਪਾ ਦੇ ਨਾਲ, ਸੋਚ ਸਮਝ ਦੇ ਨਾਲ ਲੱਗਦੇ ਨੇ। ਫਿਰ ਹੀ ਗਾਇਕੀ ਅਸਲ ਰੂਪ ਵਿੱਚ ਗਾਈ ਜਾਂਦੀ ਹੈ, ਫਿਰ ਹੀ ਸਿਧਾਂਤ ਸਪਸ਼ਟ ਹੁੰਦਾ ਹੈ। ਸੋ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਪੜਤਾਲ ਗਾਇਕੀ ਦੇ ਵਿੱਚ ਸਾਰੰਗ ਰਾਗ ਵਿੱਚ 6ਵੇਂ ਘਰ ਸੁਰਤਾਲ ਦੇ ਵਿੱਚ ਪਾਵਨ ਸ਼ਬਦ ਉਚਾਰਨ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਅਦੁੱਤੀ ਰੂਪ ਹੈ, ਸਰਬ ਦਾ ਪ੍ਰਕਾਸ਼ਕ ਹੈ, ਸਤ ਚੇਤਨ ਆਨੰਦ ਰੂਪ ਹੈ, ਸਤਿਗੁਰਾਂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ। ਸ਼ੁਭ ਬਚਨ ਬੋਲ ਗੁਣ ਅਮੋਲ। ਅੰਮ੍ਰਿਤ ਰੂਪ ਗੁਰਬਾਣੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਰੂਪਕ ਰੱਖਿਆ ਹੈ। ਇਸ ਜਗ ਮਹਿ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਇਸ ਜਗਤ ਵਿੱਚ ਪੁਰਖ ਰੂਪ, ਮਰਦ ਰੂਪ, ਨਰ ਰੂਪ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਹੈ। ਬਾਕੀ ਜਿੰਨੇ ਜੀਵ ਹਨ ਉਹ ਸਾਰੀਆਂ ਉਸ ਪਰਮਾਤਮਾ ਦੀਆਂ ਨਾਰੀਆਂ ਨੇ, ਇਸਤਰੀਆਂ ਨੇ। ਪਰਮਾਤਮਾ ਪਤੀ ਹੈ, ਜੀਵ ਆਤਮਾ ਜਿਹੜੀ ਹੈ ਇਹ ਇਸਤਰੀ ਹੈ, ਇਹ ਪਤਨੀ ਰੂਪ ਦੇ ਵਿੱਚ ਹੈ। ਜੀਵ ਆਤਮਾ ਦਾ ਪਰਮਾਤਮਾ ਦੇ ਨਾਲ ਮੇਲ, ਇਹ ਸਾਡੇ ਜੀਵਨ ਦਾ ਮਕਸਦ ਹੈ। ਤੇ ਇਹੀ ਰੂਪਕ ਰੱਖਦਿਆਂ ਹੋਇਆਂ ਸਤਿਗੁਰੂ ਜੀ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ ਹੈ। ਰੀ ਕਹਿ ਕੇ ਇਸਤਰੀ ਵਾਚਕ ਸੰਬੋਧਨ ਕਰਕੇ ਇਹ ਸ਼ਬਦ ਉਚਾਰਿਆ ਹੈ। ਇੱਕ ਜਗਿਆਸੂ ਰੂਪ ਸਖੀ ਹੈ, ਇੱਕ ਮਹਾਤਮਾ ਰੂਪ ਸਖੀ ਹੈ, ਤੇ ਇੱਕ ਆਮ ਮਨਮੁਖ ਰੂਪ ਸਖੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਤਮਾ ਰੂਪ ਸਖੀ ਮੁਖ ਰਾਹੀਂ ਇਸ ਜੀਵ ਰੂਪ ਆਤਮਾ ਰੂਪ ਸਖੀ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਨੇ। ਹਜੂਰ ਫਰਮਾਉਂਦੇ ਨੇ, ਸੁਭ ਬਚਨ ਬੋਲ ਐ ਸਖੀ, ਐ ਜੀਵ ਆਤਮਾ, ਐ ਜੀਵ ਰੂਪੀ ਮਾਨਸ ਰੂਪੀ ਸਖੀਏ, ਸ਼ੁਭ ਬਚਨਾਂ ਨੂੰ ਬੋਲਣਾ ਕਰ, ਮੰਦੇ ਬਚਨ ਨਾ ਆਪਣੀ ਰਸਨਾ ਤੋਂ ਬੋਲ। ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਐ ਫਿੱਕੇ ਫਿੱਕੀ ਸੋਏ। ਫਿੱਕਾ ਦਰਗਹ ਸਟਿਆ ਮੋਹਿ ਥੁੱਕਾ ਫਿੱਕੇ ਪਾਏ, ਫਿੱਕਾ ਮੂਰਖ ਆਖੀਐ ਪਾਣਾ ਲਹੈ ਸਜਾਏ। ਮੰਦਾ ਬੋਲ ਨਾ ਬੋਲੀਏ, ਫਿੱਕੇ ਬਚਨ ਨਾ ਬੋਲੀਏ, ਔਰ ਵਿਅਰਥ ਦੇ ਬਚਨ ਨਾ ਬੋਲੀਏ ਜਿਨ੍ਹਾਂ ਦਾ ਮਤਲਬ ਹੀ ਕੋਈ ਨਹੀਂ, ਜਿਨ੍ਹਾਂ ਦਾ ਲਾਭ ਹੀ ਕੋਈ ਨਹੀਂ। ਸੋ ਐਵੇਂ ਝਖਾ ਨਾ ਮਾਰੀਏ ਭਾਈ, ਸ਼ੁਭ ਬਚਨ ਬੋਲ, ਚੰਗੇ ਬਚਨ ਬੋਲਣਾ ਕਰ, ਸ਼ੁਭ ਬਚਨਾਂ ਦਾ ਉਚਾਰਨ ਆਪਣੇ ਮੁਖੋਂ ਕਰ। ਤੇ ਸ਼ੁਭ ਬਚਨ ਕਿਹੜੇ ਨੇ? ਗੁਣ ਅਮੋਲ, ਜੋ ਪਰਮਾਤਮਾ ਦੇ ਅਮੋਲਕ ਗੁਣਾਂ ਦਾ ਗਾਇਨ ਕਰਨਾ, ਇਹੀ ਸ਼ੁਭ ਬਚਨ ਹੈ। ਇਹਦੇ ਤੋਂ ਵੱਧ ਕੇ ਸ਼ੁਭ ਬਚਨ ਕੋਈ ਨਹੀਂ, ਇਹਦੇ ਤੋਂ ਬਿਨਾਂ ਹੋਰ ਸ਼ੁਭ ਬਚਨ ਕੋਈ ਨਹੀਂ। ਪਰਮਾਤਮਾ ਦੇ ਗੁਣ ਗਾਇਨ ਕਰਨੇ ਜੋ ਬੜੇ ਅਮੋਲਕ ਨੇ, ਕੀਮਤੀ ਨੇ।
ਜਿਨ੍ਹਾਂ ਦਾ ਮੁੱਲ ਨਹੀਂ ਤਾਰਿਆ ਜਾ ਸਕਦਾ। ਇੱਕ ਇੱਕ ਬਚਨ ਦੀ ਬੜੀ ਵੱਡੀ ਕੀਮਤ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ, ਜੈਸੇ ਹੀਰਾ ਹਾਥ ਮੈਂ ਤਨਕ ਸੋ ਦਿਖਾਈ ਦੇਤ, ਮੋਲ ਕੀਏ ਤੇ ਦਮਕਨ ਭਰਤ ਭੰਡਾਰ ਜੀ। ਜੈਸੇ ਬਰ ਬਾਂਧੇ ਹੁੰਡੀ ਲਾਗਤ ਨਾ ਭਾਰ ਕਛੂ, ਆਗੇ ਜਾਏ ਪਾਈਤ ਲక్ష్ਮੀ ਅਪਾਰ ਜੀ। ਜੈਸੇ ਬਟ ਬੀਜ ਅਤ ਸੂਖਮ ਸਰੂਪ ਹੋਤ, ਬੋਏ ਤੇ ਵਿਵਿਧ ਕਰੈ ਬਿਰਖਾ ਵਿਸਥਾਰ ਜੀ। ਤੈਸੇ ਗੁਰ ਬਚਨ ਸੱਚਨ ਗੁਰ ਸਿੱਖਨ ਮੈਂ, ਜਾਨੀਆਂ ਮਹਾਤਮ ਗਏ ਹੀ ਹਰ ਦੁਆਰ ਜੀ। ਹੀਰਾ ਹੱਥ ਵਿੱਚ ਫੜਿਆ ਤਾਂ ਛੋਟਾ ਜਿਹਾ ਹੀ ਦਿਖਾਈ ਦਿੰਦਾ, ਚਮਕੀਲਾ ਜਿਹਾ ਪੱਥਰ ਹੀ ਜਾਪਦਾ, ਪਰ ਉਹਦੀ ਕੀਮਤ ਦਾ ਪਤਾ ਲੱਗਦਾ ਜਦੋਂ ਕਿਸੇ ਸਿਆਣੇ ਜੌਹਰੀ ਕੋਲ ਜਾ ਕੇ ਮੁੱਲ ਪਵਾਈਏ। ਇੱਕ ਇੱਕ ਹੀਰਾ ਲੱਖਾਂ ਕਰੋੜਾਂ ਵਿੱਚ ਵਿਕ ਜਾਂਦਾ, ਦਮੜਿਆਂ ਨਾਲ ਭੰਡਾਰ ਭਰ ਜਾਂਦੇ ਨੇ। ਹੁੰਡੀ ਪੁਰਾਤਨ ਸਮੇਂ ਵਿੱਚ ਹੁੰਦੀ ਸੀ, ਅੱਜ ਕੱਲ੍ਹ ਉਹਦਾ ਸੁਧਰਿਆ ਰੂਪ ਬੈਂਕ ਦਾ ਚੈੱਕ ਕਹਿ ਲਈਏ, ਡਰਾਫਟ ਕਹਿ ਲਈਏ, ਹੈ ਤਾਂ ਕਾਗਜ਼ ਦਾ ਟੁਕੜਾ ਹੀ ਹੈ ਨਾ। ਹੱਥ ਵਿੱਚ ਫੜਿਆ, ਪੱਲੇ ਬੱਧਿਆਂ, ਜੇਬ ਵਿੱਚ ਪਾਇਆ, ਉਹਦਾ ਭਾਰ ਤਾਂ ਕੋਈ ਨਹੀਂ ਲੱਗਦਾ, ਪਰ ਉਹ ਇੱਕ ਮਾਮੂਲੀ ਕਾਗਜ਼ ਦਾ ਟੁਕੜਾ ਕਿੱਡੀ ਵੱਡੀ ਕੀਮਤ ਰੱਖਦਾ ਹੈ ਜਦੋਂ ਉਹਦੇ ਤੋਂ ਬਹੁਤ ਮਾਇਆ ਪ੍ਰਾਪਤ ਹੋ ਜਾਂਦੀ ਹੈ। ਬੋੜ ਦਾ ਬੀਜ ਬੜਾ ਨਿੱਕਾ ਜਿਹਾ ਹੁੰਦਾ, ਬਰੀਕ ਜਿਹਾ ਹੁੰਦਾ, ਸੂਈ ਦੀ ਨੋਕ ਵਰਗਾ, ਪਰ ਉਸ ਦੀ ਮਹਾਨਤਾ ਕਿੰਨੀ ਕਿ ਉਹਦੇ ਵਿੱਚੋਂ ਐਡੇ ਵੱਡੇ ਵਿਸਥਾਰ ਵਾਲਾ ਬੋੜ ਦਾ ਰੁੱਖ ਪੈਦਾ ਹੋ ਜਾਂਦਾ ਹੈ। ਗੁਰੂ ਕੇ ਬਚਨ, ਵਾਹਿਗੁਰੂ ਦੇ ਗੁਣ ਭਾਵੇਂ ਦੇਖਣ ਨੂੰ ਛੋਟੇ ਪ੍ਰਤੀਤ ਹੁੰਦੇ ਹੋਣ, ਪਰ ਉਹਨਾਂ ਦੇ ਮਹਾਤਮ ਦਾ ਪਤਾ ਲੱਗਦਾ ਜਦੋਂ ਅੱਗੇ ਦਰਗਾਹ ਵਿੱਚ ਜਾਵਾਂਗੇ। ਵਾਹਿਗੁਰੂ ਦਾ ਗਾਇਆ ਇੱਕ ਇੱਕ ਗੁਣ, ਇੱਕ ਇੱਕ ਪਲ ਜਪਿਆ ਵਾਹਿਗੁਰੂ ਦਾ ਨਾਮ, ਇਹਦਾ ਕਿੱਡਾ ਕੁ ਵੱਡਾ ਮਹਾਤਮ ਅੱਗੇ ਜਾ ਕੇ ਪ੍ਰਾਪਤ ਹੋਵੇਗਾ, ਇਹ ਲਫ਼ਜ਼ਾਂ ਵਿੱਚ ਵਰਣਨ ਨਹੀਂ ਕੀਤਾ ਜਾ ਸਕਦਾ। ਐਸਾ ਅਮੋਲਕ ਹੈ ਪ੍ਰਮਾਤਮਾ ਦਾ ਨਾਮ। ਭਾਈ ਵਾਹਿਗੁਰੂ ਦੇ ਜੋ ਗੁਣ ਗਾਇਨ ਕਰਨੇ ਨੇ, ਇਹੀ ਸ਼ੁਭ ਬਚਨ ਬੋਲਣੇ ਨੇ। ਬੋਲੋ ਸੱਚ ਨਾਮ ਕਰਤਾਰ, ਫੁਨ ਬਹੁੜ ਨਾ ਆਮਣ ਵਾਰ। ਪਰਮੇਸ਼ਰ ਦੇ ਅਮੋਲਕ ਗੁਣਾਂ ਨੂੰ ਗਾਇਨ ਕਰਨ ਰੂਪੀ ਸ਼ੁਭ ਬਚਨਾਂ ਨੂੰ ਐ ਸਖੀਏ ਬੋਲਣਾ ਕਰ। ਕਿੰ ਕਰੀ ਵਿਕਾਰ, ਕਿੰ ਕਰੀ ਵਿਕਾਰ, ਕਿਉਂ ਕਰਦੀਆਂ ਵਿਕਾਰਾਂ ਨੂੰ? ਕਾਤੋਂ ਹਰ ਵੇਲੇ ਵਿਕਾਰਾਂ ਵਿੱਚ ਹੀ ਲੱਗੀ ਹੋਈ ਹੈ? ਕਿੰਕਰੀ ਪਾਠ ਇਕੱਠਾ ਕਰਕੇ ਇਹ ਵੀ ਅਰਥ ਕੀਤਾ ਜਾਂਦਾ, ਤੂੰ ਤਾਂ ਵਿਕਾਰਾਂ ਦੀ ਹੀ ਦਾਸੀ ਬਣੀ ਹੋਈ ਹੈ। ਕਿੰਕਰ ਦਾ ਅਰਥ ਹੈ ਦਾਸ, ਤੇ ਕਿੰਕਰੀ ਤੋਂ ਭਾਵ ਬਣ ਗਿਆ ਦਾਸੀ, ਵਿਕਾਰਾਂ ਦੀ ਦਾਸੀ ਬਣੀ ਹੈ। ਸੋ ਸੰਪਰਦਾਈ ਤੌਰ ਤੇ ਪ੍ਰਾਤਨ ਉਚਾਰਨ ਕਿੰਗ ਵੱਖਰਾ, ਕਰੀ ਵੱਖਰਾ। ਕਿੰਗ ਕਰੀ ਵਿਕਾਰ, ਕਿਉਂ ਐ ਜੀਵ ਰੂਪੀ ਸਖੀਏ ਤੂੰ ਵਿਕਾਰ ਕਰਦੀ ਹੈ? ਕਾਤੋਂ ਔਗੁਣਾਂ ਵਿੱਚ ਫਸੀ ਹੋਈ ਹੈ? ਮਨ ਰੇ ਕੌਣ ਕੋ ਮਤ ਤੈ ਲੀਨੀ, ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ। ਕਿਉਂ ਵਿਕਾਰ ਕਰਦੀ ਹੈ? ਕਿਉਂ ਔਗੁਣਾਂ ਵਿੱਚ ਲੱਗੀ ਹੋਈ ਹੈ? ਦੇਖ ਰੀ ਵਿਚਾਰ, ਰੀ ਅਰੀ ਸਖੀਏ ਆਪਣੇ ਮਨ ਵਿੱਚ ਵਿਚਾਰ ਕਰਕੇ ਵੇਖ। ਇਹ ਜਿੰਨੇ ਦੁਨੀਆ ਦੇ ਵਿਕਾਰ ਹਨ, ਇਹਨਾਂ ਵਿਕਾਰਾਂ ਔਗੁਣਾਂ ਕਰਕੇ ਸੁਖ ਦੀ ਪ੍ਰਾਪਤੀ ਨਹੀਂ। ਸੁਖ ਰੂਪ ਭਾਵੇਂ ਇਹ ਭਾਸਣ, ਭਾਵੇਂ ਪ੍ਰਤੀਤ ਹੋਣ, ਪਰ ਇਹ ਫਰੀਦਾ ਇਹ ਵਿਸ ਗੰਦਲਾ ਧਰੀਆਂ ਖੰਡ ਲਿਵਾੜ। ਜ਼ਹਿਰ ਦੀਆਂ ਗੰਦਲਾਂ ਖੰਡ ਨਾਲ ਲਬੇੜ ਕੇ ਰੱਖੀਆਂ ਹੋਈਆਂ ਨੇ ਦੁਨੀਆ ਦੇ ਜਿੰਨੇ ਭੋਗ ਪਦਾਰਥ ਨੇ। ਜਰਾ ਵਿਚਾਰ ਤਾਂ ਆਪਣੇ ਹਿਰਦੇ ਅੰਦਰ ਕਰਕੇ ਵੇਖ। ਗੁਰ ਸ਼ਬਦ ਧਿਆਏ ਮਹਿਲ ਪਾਏ, ਗੁਰ ਸ਼ਬਦ ਧਿਆਏ, ਗੁਰੂ ਕਾ ਬਖਸ਼ਿਆ ਜਿਹੜਾ ਸ਼ਬਦ ਉਪਦੇਸ਼ ਹੈ ਨਾ, ਉਸ ਉਪਦੇਸ਼ ਨੂੰ ਹਿਰਦੇ ਵਿੱਚ ਵਸਾ ਕੇ ਪਰਮਾਤਮਾ ਦਾ ਧਿਆਨ ਧਾਰਨ ਕਰ, ਵਾਹਿਗੁਰੂ ਨੂੰ ਧਿਆਉਣਾ ਕਰ। ਗੁਰੂ ਕਾ ਬਖਸ਼ਿਆ ਜੋ ਸ਼ਬਦ ਪਰਮਾਤਮਾ ਦਾ ਨਾਮ ਹੈ, ਨਾਮ ਨੂੰ ਧਿਆ, ਨਾਮ ਆਪਣੇ ਹਿਰਦੇ ਵਿੱਚ ਵਸਾ। ਜੇ ਤੂੰ ਗੁਰੂ ਕੇ ਸ਼ਬਦ ਨੂੰ ਧਿਆਵੇਂਗੀ, ਜੇ ਗੁਰੂ ਕੇ ਉਪਦੇਸ਼ ਦੀ ਪ੍ਰਾਪਤੀ ਕਰਕੇ ਇਹ ਜੀਵ ਰੂਪੀ ਸਖੀਏ ਜੇ ਵਾਹਿਗੁਰੂ ਦਾ ਧਿਆਨ ਧਾਰਨ ਕਰੇਂਗੀ ਤਾਂ ਮਹਿਲ ਪਾਏ, ਪਰਮਾਤਮਾ ਦੇ ਮਹਿਲ ਨੂੰ, ਵਾਹਿਗੁਰੂ ਦੇ ਸਰੂਪ ਨੂੰ, ਸੱਚਖੰਡ ਰੂਪੀ ਮਹੱਲ ਨੂੰ ਤੂੰ ਪ੍ਰਾਪਤ ਕਰ ਲਵੇਂਗੀ। ਹਰ ਸੰਗ ਰੰਗ ਕਰਤੀ ਮਹਾਕੀਲ, ਹਰ ਸੰਗ ਰੰਗ, ਜਿਸ ਵਡਭਾਗੀ ਆਤਮਾ ਦਾ ਹਰੀ ਪਰਮਾਤਮਾ ਦੇ ਨਾਲ ਰੰਗ ਬਣ ਗਿਆ। ਰੰਗ ਦਾ ਅਰਥ ਹੈ ਪ੍ਰੇਮ, ਵਾਹਿਗੁਰੂ ਦੇ ਨਾਲ ਪ੍ਰੇਮ ਜੁੜ ਗਿਆ। ਜਿਸ ਨੂੰ ਪਰਮਾਤਮਾ ਦੇ ਨਾਮ ਦੀ ਰੰਗਣ ਚੜ ਗਈ, ਕਰਤੀ ਮਹਾਕੇਲ, ਉਹ ਜੀਵ ਆਤਮਾ ਫਿਰ ਬੜੇ ਆਨੰਦ ਕਰਦੀ ਹੈ। ਕੇਲ ਤੋਂ ਭਾਵ ਆਨੰਦ, ਆਨੰਦ ਰੂਪ ਹੀ ਅਵਸਥਾ ਫਿਰ ਉਸ ਦੀ ਬਣ ਜਾਂਦੀ ਹੈ। ਕਹਿਣ ਮਾਤਰ ਨੂੰ ਤਾਂ ਆਨੰਦ ਆਨੰਦ ਸਭ ਕੋ ਕਹੈ, ਦੁਨੀਆ ਤੇ ਹਰ ਕੋਈ ਆਨੰਦ ਆਨੰਦ ਕਹਿੰਦਾ ਫਿਰਦਾ ਹੈ,
ਭੁੱਖ ਲੱਗੀ ਹੈ ਮਨੁੱਖ ਨੂੰ, ਪ੍ਰਸ਼ਾਦਾ ਛਕ ਲਿਆ, ਬਹੁਤੀ ਭੁੱਖ ਲੱਗਣ ਤੋਂ ਸੁੱਕੇ ਟੁੱਕਰ ਵੀ ਸਵਾਦ ਲੱਗਦੇ ਨੇ, ਰੱਜ ਗਿਆ, ਸਵਾਦੀਕ ਭੋਜਨ ਮਿਲੇ ਤਾਂ ਵੀ ਮਨੁੱਖ ਕਹਿੰਦਾ ਬੜਾ ਆਨੰਦ ਆਇਆ, ਬੜਾ ਸਵਾਦ ਆਇਆ। ਵਿਸ਼ਿਆਂ ਵਿਕਾਰਾਂ ਵਿੱਚ ਆਨੰਦ ਕਲਪਤ ਕਰੀ ਬੈਠਾ ਹੈ। ਜੋਗੀਆਂ ਨੇ ਯੋਗ ਵਿੱਚ ਆਨੰਦ ਮੰਨਿਆ ਹੈ, ਪਰ ਇਹ ਸਾਰੇ ਥੋੜ ਚਿਰੇ ਨੇ, ਖਤਮ ਹੋ ਜਾਣ ਵਾਲੇ, ਨਾਸ ਹੋ ਜਾਣ ਵਾਲੇ ਨੇ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਅਸਲੀ ਆਨੰਦ ਕੀ ਹੁੰਦਾ ਹੈ? ਉਹਦੀ ਸੋਝੀ ਗੁਰੂ ਤੋਂ ਪ੍ਰਾਪਤ ਹੁੰਦੀ ਹੈ। ਉਹ ਆਨੰਦ ਹੈ ਆਤਮਿਕ ਆਨੰਦ, ਜੋ ਇੱਕ ਵਾਰ ਪ੍ਰਾਪਤ ਹੋ ਜਾਵੇ ਤਾਂ ਫਿਰ ਕਦੀ ਉਹ ਮੁੱਕਦਾ ਨਹੀਂ, ਫਿਰ ਖਤਮ ਨਹੀਂ ਹੁੰਦਾ। ਜਿਸ ਬਾਰੇ ਸਤਿਗੁਰੂ ਜੀ ਫਰਮਾਨ ਕਰਦੇ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸੋ ਜਿਸ ਜੀਵ ਆਤਮਾ ਦਾ ਪ੍ਰਮਾਤਮਾ ਨਾਲ ਪ੍ਰੇਮ ਜੁੜਿਆ ਹੈ, ਪੱਕਾ ਪ੍ਰੇਮ ਲੱਗ ਗਿਆ ਹੈ, ਉਹ ਬਹੁਤੇ ਆਨੰਦ ਮਾਣਦੀ ਹੈ, ਖੁਸ਼ੀਆਂ ਆਨੰਦ ਭੋਗਦੀ ਹੈ ਸੰਸਾਰ ਵਿੱਚ ਵੀ। ਅਗਾਂਹ ਵਾਹਿਗੁਰੂ ਦੇ ਮਿਲਾਪ ਦਾ ਆਨੰਦ ਉਸ ਨੂੰ ਪ੍ਰਾਪਤ ਹੁੰਦਾ ਹੈ। ਵਿਸਰਾਮ ਉਪਰੰਤ ਸਤਿਗੁਰੂ ਜੀ ਫਰਮਾਨ ਕਰਦੇ ਹਨ, ਸੁਪਨ ਰੀ ਸੰਸਾਰ। ਰੀ ਹੈ ਜੀਵ ਰੂਪੀ ਸਖੀਏ, ਇਹ ਜਿਹੜਾ ਸੰਸਾਰ ਹੈ ਨਾ, ਜਿਸ ਨੂੰ ਤੂੰ ਸੱਚ ਮੰਨੀ ਬੈਠੀ ਹੈ, ਇਹ ਤਾਂ ਸੁਪਨੇ ਦੀ ਤਰ੍ਹਾਂ ਹੈ। ਨੀਂਦ ਵਸ ਆ ਹੋਏ ਮਨੁੱਖ ਨੂੰ ਸੁੱਤਿਆਂ ਸੁਪਨਾ ਆਉਂਦਾ ਹੈ, ਤੇ ਜਿੰਨਾ ਚਿਰ ਉਹ ਨੀਂਦ ਦੇ ਵਸ ਹੈ, ਉਹਨਾਂ ਚਿਰ ਸੁਪਨੇ ਵਿੱਚ ਬਣੀ ਹੋਈ ਬਨਾਵਟ ਨੂੰ, ਰਚਨਾ ਨੂੰ ਉਹ ਸੱਚ ਸਮਝ ਰਿਹਾ ਹੈ। ਜੋ ਕੁਝ ਸੁਪਨੇ ਵਿੱਚ ਵਾਪਰ ਰਿਹਾ ਮਨੁੱਖ ਨੂੰ ਪ੍ਰਤੀਤ ਹੋ ਰਿਹਾ, ਉਹਦੀ ਸੋਚ ਹੈ ਕਿ ਮੇਰੇ ਨਾਲ ਅਸਲ ਵਿੱਚ ਵਾਪਰ ਰਿਹਾ, ਪਰ ਉਹ ਅਸਲ ਤਾਂ ਨਹੀਂ। ਜਦੋਂ ਜਾਗ ਆਵੇਗੀ, ਅੱਖ ਖੁੱਲੇਗੀ, ਉਦੋਂ ਪਤਾ ਲੱਗੇਗਾ ਕਿ ਨਹੀਂ, ਇਹ ਅਸਲੀਅਤ ਨਹੀਂ ਸੀ, ਇਹ ਤਾਂ ਕੇਵਲ ਸੁਪਨਾ ਸੀ। ਸੁਪਨੇ ਵਿੱਚ ਜੋ ਦੁੱਖ ਪ੍ਰਾਪਤ ਹੋਏ, ਜੋ ਸੁੱਖ ਪ੍ਰਾਪਤ ਹੋਏ, ਅੱਖ ਖੁੱਲਦਿਆਂ ਉਹ ਸਾਰੇ ਨਾਸ ਹੋ ਜਾਣਗੇ, ਖਤਮ ਹੋ ਜਾਣਗੇ। ਸੁਪਨੇ ਵਿੱਚ ਜਿਹੜੇ ਪਦਾਰਥ ਪ੍ਰਾਪਤ ਹੋਏ, ਅੱਖ ਖੁੱਲਦਿਆਂ ਉਹਨਾਂ ਨੇ ਕਿਤੇ ਨਜ਼ਰ ਨਹੀਂ ਆਉਣਾ, ਕਿਤੇ ਦਿਖਾਈ ਨਹੀਂ ਦੇਣਾ। ਇਸੇ ਤਰ੍ਹਾਂ ਜੀਵ ਅਗਿਆਨਤਾ ਦੇ ਅਵਿਦਿਆ ਦੀ ਨੀਂਦ ਵਿੱਚ ਸੁੱਤਾ ਹੋਇਆ ਹੈ। ਅਗਿਆਨਤਾ ਰੂਪੀ ਰਾਤ ਹੈ, ਅਵਿਦਿਆ ਦੀ ਨੀਂਦ ਪਈ ਹੋਈ ਹੈ। ਇਸ ਅਵਿਦਿਆ ਦੀ ਨੀਂਦ ਵਿੱਚ ਇਸ ਸੰਸਾਰ ਨੂੰ ਇਹ ਸੱਚ ਮੰਨੀ ਬੈਠਾ ਹੈ, ਪਰ ਅਸਲ ਵਿੱਚ ਇਹ ਸੁਪਨੇ ਦੀ ਤਰ੍ਹਾਂ ਹੈ। ਸੁਪਨ ਰੀ ਸੰਸਾਰ। ਕਿਤੇ ਗੁਰੂ ਕੀ ਕਿਰਪਾ ਹੋ ਜਾਵੇ, ਗਿਆਨ ਅਵਸਥਾ ਵਿੱਚ ਜਾਗ ਆ ਜਾਵੇ, ਫਿਰ ਪਤਾ ਲੱਗੇਗਾ ਕਿ ਜਿਨ੍ਹਾਂ ਦੁਨੀਆ ਦੇ ਭੋਗ ਪਦਾਰਥਾਂ ਨੂੰ, ਜਿਨ੍ਹਾਂ ਸੁੱਖਾਂ ਨੂੰ, ਸਰੀਰਾਂ ਨੂੰ, ਜ਼ਮੀਨਾਂ ਜਾਇਦਾਦਾਂ ਨੂੰ ਮੈਂ ਸੱਚ ਮੰਨੀ ਬੈਠਾ ਸਾਂ, ਇਹ ਤਾਂ ਸੱਚ ਨਹੀਂ, ਇਹ ਤਾਂ ਕੇਵਲ ਸੁਪਨਾ ਮਾਤਰ ਸੀ। ਜਗ ਜੀਵਨ ਐਸਾ ਸੁਪਨੇ ਜੈਸਾ ਜੀਵਨ ਸੁਪਨ ਸਮਾਨੰ। ਇਉਂ ਸਖੀਏ, ਇਹ ਸੰਸਾਰ ਤਾਂ ਸੁਪਨੇ ਦੀ ਨਿਆਈ ਨਾਸਵੰਤ ਹੈ, ਝੂਠਾ ਹੈ, ਖਤਮ ਹੋ ਜਾਣ ਵਾਲਾ ਹੈ। ਮਿਥਨੀ ਵਿਸਥਾਰ। ਜਿੰਨਾ ਵੀ ਸੰਸਾਰ ਦਾ ਵਿਸਥਾਰ ਹੈ, ਫੈਲਾਓ ਹੈ, ਇਹ ਮਿਥਨੀ ਮਿਥਿਆ ਹੋਇਆ, ਕਲਪਤ ਕੀਤਾ ਹੋਇਆ ਹੈ, ਮਿਥਿਆ ਨਾਸਵੰਤ ਹੈ। ਸੁਖਮਨੀ ਸਾਹਿਬ ਵਿੱਚ ਆਪਾਂ ਗੁਰੂ ਕੇ ਬਚਨ ਪੜ੍ਹਦੇ ਹਾਂ ਨਾ, ਮਿਥਿਆ ਤਨ ਧਨ ਕੁਟੰਬ ਸਬਾਇਆ, ਮਿਥਿਆ ਹਉਮੈ ਮਮਤਾ ਮਾਇਆ, ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ, ਮਿਥਿਆ ਰਾਥ ਹਸਤੀ ਅਸਵ ਬਸਤਰਾ, ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ, ਮਿਥਿਆ ਧਰੋਹ ਮੋਹ ਅਭਿਮਾਨ, ਮਿਥਿਆ ਆਪਸ ਉਪਰ ਕਰਤ ਗੁਮਾਨ। ਇੱਕ ਤਾਂ ਹੈ ਝੂਠ, ਜਿਸ ਦੀ ਹੋਂਦ ਬਿਲਕੁਲ ਹੀ ਨਾ ਹੋਵੇ, ਉਸ ਨੂੰ ਝੂਠ ਕਿਹਾ ਜਾਂਦਾ ਹੈ। ਤੇ ਮਿਥਿਆ, ਜਿਸ ਦੀ ਹੋਂਦ ਪ੍ਰਤੀਤ ਤਾਂ ਹੋਵੇ ਪਰ ਅਸਲ ਵਿੱਚ ਨਾ ਹੋਵੇ, ਉਸ ਨੂੰ ਮਿਥਿਆ ਕਿਹਾ ਜਾਂਦਾ ਹੈ, ਨਾਸਵੰਤ ਹੈ। ਸਾਧ ਸੰਗਤ ਜੀ, ਜੋ ਅਗਿਆਨ ਹੈ, ਇਹਦੀਆਂ ਦੋ ਸ਼ਕਤੀਆਂ ਕਹੀਆਂ ਜਾਂਦੀਆਂ। ਇੱਕ ਆਵਰਨ ਸ਼ਕਤੀ ਹੈ, ਇੱਕ ਵਿਖੇਪ ਸ਼ਕਤੀ ਹੈ। ਆਵਰਨ ਸ਼ਕਤੀ, ਇਹ ਆਵਰਨ ਦਾ ਅਰਥ ਹੈ ਪਰਦਾ, ਪਰਦਾ ਪਿਆ ਹੋਣਾ। ਪਰਦੇ ਓਲੇ ਕੀ ਹੈ, ਇਹਦਾ ਪਤਾ ਨਾ ਹੋਣਾ। ਜਿਵੇਂ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਗੁਪਤ ਰੂਪ ਵਿੱਚ ਹੈ, ਸਾਨੂੰ ਉਸ ਪ੍ਰਮਾਤਮਾ ਦਾ ਗਿਆਨ ਨਹੀਂ, ਇਹ ਅਗਿਆਨ ਦੀ ਆਵਰਨ ਸ਼ਕਤੀ ਹੈ। ਜੀਵ ਅੰਡੇ ਦੇ ਵਿੱਚ ਪੈਦਾ ਹੋਇਆ ਹੈ, ਬਾਹਰੋਂ ਸਾਨੂੰ ਨਜ਼ਰ ਨਹੀਂ ਆਉਂਦਾ ਕਿ ਇਹ ਅੰਡੇ ਦੇ ਅੰਦਰ ਦੀ ਹਾਲਤ ਕੀ ਹੈ, ਪਰ ਉਹ ਜਿਹੜਾ ਅੰਦਰਲਾ ਜੀਵ ਹੈ ਆਂਡੇ ਦਾ, ਉਹਨੂੰ ਬਾਹਰਲਾ ਸੰਸਾਰ ਨਹੀਂ ਦਿਸ ਰਿਹਾ, ਕਿਉਂਕਿ ਉਹ ਖੋਲ ਦਾ ਪਰਦਾ ਬਣਿਆ ਹੋਇਆ ਹੈ। ਇਹ ਅਗਿਆਨ ਦੀ ਆਵਰਨ ਸ਼ਕਤੀ ਹੈ। ਦੂਸਰੀ ਵਿਖੇਪ ਸ਼ਕਤੀ ਕਹੀ ਜਾਂਦੀ ਹੈ, ਹੋਣਾ ਕੁਝ ਹੋਰ ਤੇ ਮਨ ਕੁਝ ਹੋਰ ਲੈਣਾ। ਥੋੜਾ ਥੋੜਾ ਹਨੇਰਾ ਹੈ, ਧਰਤੀ ਤੇ ਕੋਈ ਰੱਸੀ ਪਈ ਹੋਈ ਹੈ, ਕਿਸੇ ਨੂੰ ਤਾਂ ਉਹ ਧਰਤੀ ਦੀ ਤੇੜ ਪ੍ਰਤੀਤ ਹੁੰਦੀ ਹੈ, ਕਿਸੇ ਨੂੰ ਜਾਪਦਾ ਕਿ ਸੱਪ ਪਿਆ ਹੋਇਆ, ਕਿਸੇ ਨੂੰ ਕੁਝ, ਕਿਸੇ ਨੂੰ ਕੁਝ। ਇਉਂ ਅਸਲੀਅਤ ਹੋਰ ਹੈ ਤੇ ਪ੍ਰਤੀਤੀ ਕੁਝ ਹੋਰ ਹੋ ਰਹੀ ਹੈ। ਸੋ ਉਸ ਨੂੰ
ਆਖੇਪ ਸ਼ਕਤੀ ਕਿਹਾ ਜਾਂਦਾ ਹੈ। ਸੋ ਇਹਨਾਂ ਦੋਹਾਂ ਸ਼ਕਤੀਆਂ ਦਾ ਜਿਹੜਾ ਅਗਿਆਨ ਹੈ ਹਿਰਦੇ ਵਿੱਚ ਪਿਆ ਹੋਇਆ ਹੈ, ਆਪਾਂ ਸੰਸਾਰ ਨੂੰ ਸੱਚ ਮੰਨੀ ਬੈਠੇ ਹਾਂ। ਇਹ ਸੰਸਾਰ ਜੋ ਨਜ਼ਰੀ ਆਉਂਦਾ ਹੈ ਅਸਲ ਵਿੱਚ ਸੱਚ ਨਹੀਂ ਹੈ, ਪਰ ਹੈ ਨਹੀਂ। ਮਿਥਨੀ ਵਿਸਥਾਰ, ਦੁਨੀਆ ਦਾ ਜਿੰਨਾ ਵੀ ਵਿਸਥਾਰ ਹੈ ਸਭ ਕੁਝ ਹੀ ਮਿਥਿਆ ਹੈ, ਸਭ ਕੁਝ ਹੀ ਨਾਸਵੰਤ ਹੈ, ਸਭ ਕੁਝ ਹੀ ਤੁਰ ਜਾਣ ਵਾਲਾ ਹੈ, ਚਲੇ ਜਾਣ ਵਾਲਾ ਹੈ, ਕੁਝ ਵੀ ਕਾਇਮ ਰਹਿਣ ਵਾਲਾ ਨਹੀਂ। ਇਉਂ ਭਾਈ ਸੰਸਾਰ ਦਾ ਵਿਸਥਾਰ ਜਿਹੜਾ ਹੈ ਕਲਪਿਤ ਕੀਤਾ ਹੋਇਆ ਮਿਥਿਆ ਹੋਇਆ ਹੀ ਹੈ। ਸਖੀ ਕਾਏ ਮੋਹਿ ਮੋਹਿਲੀ, ਐ ਸਖੀਏ ਜੀਵ ਰੂਪੀ ਸਖੀਏ, ਕਾਏ ਮੋਹਿ ਮੋਹਿਲੀ, ਕਾਤੋਂ ਆਪਣੀ ਬਿਰਤੀ ਨੂੰ ਤੂੰ ਮੋਹ ਦੇ ਵਿੱਚ ਮੋਹ ਲਿਆ ਹੈ, ਮੋਹ ਵਿੱਚ ਤੂੰ ਕਾਤੋਂ ਮੋਹੀ ਗਈ। ਦੁਨੀਆ ਦੀ ਪਕੜ ਆਪਣੇ ਸਰੀਰ ਦਾ ਮੋਹ ਹੈ, ਸਕੇ ਸੰਬੰਧੀਆਂ ਦਾ ਮੋਹ ਹੈ, ਇਸਤਰੀ ਪਤੀ ਦਾ, ਧੀਆਂ ਪੁੱਤਰਾਂ ਦਾ, ਜ਼ਮੀਨਾਂ ਜਾਇਦਾਦਾਂ ਦਾ, ਧਨ ਦੌਲਤ ਦਾ, ਅਨੇਕ ਪ੍ਰਕਾਰ ਦਾ ਮੋਹ ਸਾਡੇ ਮਨ ਵਿੱਚ ਪਿਆ ਹੋਇਆ ਹੈ। ਜਦੋਂ ਸਾਰਾ ਸੰਸਾਰ ਹੈ ਹੀ ਨਾਸਵੰਤ ਹੈ ਤਾਂ ਮੋਹ ਕਾਹਦਾ ਕਰਨਾ ਹੈ, ਪਕੜ ਕਾਹਦੀ ਕਰਨੀ ਹੈ। ਰੋਜ਼ ਆਸਾ ਕੀ ਵਾਰ ਵਿੱਚ ਆਪਾਂ ਗੁਰੂ ਕੇ ਬਚਨ ਸਰਵਣ ਕਰਦੇ ਆ ਨਾ, ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ, ਕੂੜ ਮੰਡਪ ਕੂੜ ਮਾੜੀ ਕੂੜ ਬੈਸਣ ਹਾਰ, ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਣ ਹਾਰ, ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ, ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ, ਕੂੜ ਕੂੜੈ ਨੇਹੋਂ ਲੱਗਾ ਵਿਸਰਿਆ ਕਰਤਾਰ, ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣ ਹਾਰ। ਕਿਹਦੇ ਨਾਲ ਨੇਹੋਂ ਲਾ ਕੇ ਰੱਖੀਏ, ਕਿਸ ਚੀਜ਼ ਦੀ ਪਕੜ ਰੱਖੀਏ, ਦੋਸਤੀ ਯਾਰੀ ਕਿਹਦੇ ਨਾਲ ਗੰਢੀਏ, ਪਿਆਰ ਕਾਹਦੇ ਨਾਲ ਪਾਈਏ। ਸਾਰਾ ਜਗਤ ਹੀ ਚਲੇ ਜਾਣ ਵਾਲਾ, ਨਾਸ ਹੋ ਜਾਣ ਵਾਲਾ ਹੈ। ਗੁਰੂ ਕੀ ਬਾਣੀ ਦੇ ਉਪਦੇਸ਼ ਨੂੰ ਦ੍ਰਿੜ ਕਰਾਉਂਦਿਆਂ ਹੋਇਆਂ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਨਾਨਕ ਪ੍ਰਕਾਸ਼ ਦੇ ਆਰੰਭ ਵਿੱਚ ਬੜਾ ਸੁੰਦਰ ਇੱਕ ਬਚਨ ਲਿਖਿਆ ਹੈ। ਸੋ ਉਹ ਕਹਿੰਦੇ ਨੇ, ਤਾਤ ਸੁਤ ਮਾਤ ਹਿਤ ਸੋਦਰ ਸਹੋਦਰੀ ਸੋਂ, ਮੋਦ ਮੈਂ ਕਿਸ਼ੋਦਰੀ ਸੋਂ ਗਾਢੋ ਲਪਟਾਇਓ ਹੈ, ਮਤ ਜਿਮ ਤੰਗ ਜਵੀ ਚੰਚਲ ਤੁਰੰਗ ਬ੍ਰਿੰਦ, ਅਨੀਚ ਤਰੰਗਨੀ ਸੋ ਹਿਰਦਾ ਹੁਲਸਾਇਓ ਹੈ, ਆਥ ਨਿਤ ਹਾਥ ਚਾਹੈ ਜਨਮ ਅਕਾਥ ਖੋਤ, ਅੰਤ ਕੋ ਨਾ ਸਾਥ ਮਨ ਜਾਸੋ ਢਹਿਕਾਇਓ ਹੈ, ਕੂੜ ਹੈ ਰੇ ਕੂੜ ਮਨ ਮੂੜ ਲਗ ਨਾਮ ਰੂੜ, ਸਾਚੇ ਕੋ ਬਨਾਇਓ ਤਾਂ ਤੇ ਸਾਚੋ ਸੋ ਸੁਹਾਇਓ ਹੈ। ਕਹਿੰਦੇ ਐ ਇਨਸਾਨ ਆਪਣੇ ਮਾਤਾ ਪਿਤਾ ਨਾਲ, ਪੁੱਤਰਾਂ ਦੇ ਨਾਲ, ਇਸਤਰੀ ਦੇ ਨਾਲ, ਧੀਆਂ ਦੇ ਨਾਲ, ਭਰਾਵਾਂ ਦੇ ਨਾਲ, ਭੈਣਾਂ ਦੇ ਨਾਲ ਤੇਰਾ ਪ੍ਰੇਮ ਲੱਗਾ ਹੋਇਆ ਹੈ। ਔਰ ਇਸੇ ਪ੍ਰਕਾਰ ਧਨ ਦੌਲਤ ਮਾਲ ਅਸਬਾਬ ਘੋੜੇ ਹਾਥੀ, ਆਪਣੇ ਸਕੇ ਸੰਬੰਧੀ, ਆਪਣੇ ਹਮਾਇਤੀ, ਆਪਣੀਆਂ ਫੌਜਾਂ, ਸਾਰਿਆਂ ਨੂੰ ਵੇਖ ਵੇਖ ਕੇ ਤੇਰਾ ਹਿਰਦਾ ਆਨੰਦਿਤ ਹੋ ਰਿਹਾ, ਖੁਸ਼ ਹੋ ਰਿਹਾ। ਨਿਤ ਆਪਣੇ ਹੱਥ ਵਿੱਚ ਤੂੰ ਦੌਲਤ ਚਾਹੁੰਦਾ ਹੈ, ਧਨ ਚਾਹੁੰਦਾ ਹੈ, ਇਉਂ ਆਪਣੇ ਜਨਮ ਨੂੰ ਤੂੰ ਵਿਅਰਥ ਗਵਾਈ ਜਾ ਰਿਹਾ ਹੈ। ਪਰ ਚੇਤੇ ਰੱਖ ਲੈ ਕਿ ਜਿਨ੍ਹਾਂ ਦੇ ਛਲਾਵੇਂ ਵਿੱਚ ਤੂੰ ਆਇਆ, ਜਿਨ੍ਹਾਂ ਦੇ ਧੋਖੇ ਵਿੱਚ ਤੂੰ ਆਇਆ ਹੈ, ਜਿਨ੍ਹਾਂ ਸੰਸਾਰਕ ਵਸਤਾਂ ਦੇ ਨਾਲ ਤੇ ਜਿਉਂਦਿਆਂ ਦੇ ਨਾਲ ਤੂੰ ਪ੍ਰੇਮ ਲਾਇਆ ਹੋਇਆ ਹੈ, ਇਹਨਾਂ ਵਿੱਚੋਂ ਅੰਤ ਨੂੰ ਕੋਈ ਵੀ ਸਾਥ ਜਾਣ ਵਾਲਾ ਨਹੀਂ। ਸਭ ਕੁਝ ਇੱਥੇ ਹੀ ਰਹਿ ਜਾਣਾ ਹੈ, ਬਲਕਿ ਜੋ ਤਨ ਉਪਜਿਆ ਸੰਗ ਹੀ ਸੋ ਭੀ ਸੰਗ ਨਾ ਹੋਇਆ। ਆਪਣੇ ਸਰੀਰ ਤੱਕ ਨੇ ਵੀ ਸਾਥ ਨਹੀਂ ਦੇਣਾ। ਇਸ ਲਈ ਪ੍ਰੇਮੀਆਂ ਕੂੜ ਹੈ ਰੇ ਕੂੜ, ਇਹ ਦੁਨੀਆ ਦਾ ਪਸਾਰਾ ਝੂਠ ਹੈ, ਝੂਠ ਹੈ। ਛੱਡ ਕੇ ਇਹਦੇ ਖਿਆਲ ਨੂੰ ਲੱਗ ਨਾਮ ਰੂੜ, ਜੋ ਪ੍ਰਮਾਤਮਾ ਦਾ ਸੁੰਦਰ ਪ੍ਰਾਤਨ ਨਾਮ ਹੈ ਉਹਦੇ ਨਾਲ ਜੁੜਨਾ ਕਰ। ਜੇ ਤੂੰ ਕਹੇ ਕਿ ਝੂਠ ਹੈ ਤਾਂ ਸੱਚ ਕਾਤੋਂ ਜਾਪਦਾ ਹੈ? ਕਹਿੰਦੇ ਸਾਚੇ ਕੋ ਬਣਾਇਓ ਤਾਂ ਤੇ ਸਾਚੋ ਸੋ ਸੁਹਾਇਓ ਹੈ। ਸੱਚੇ ਪ੍ਰਮਾਤਮਾ ਦਾ ਬਣਾਇਆ ਹੈ ਤਾਂ ਸੱਚਾ ਜਾਪਦਾ ਹੈ। ਅਸਲ ਵਿੱਚ ਪ੍ਰਮਾਤਮਾ ਨੇ ਪਸਾਰੇ ਨੂੰ ਬਣਾਇਆ ਹੀ ਨਾਸਵੰਤ ਹੈ। ਸਖੀ ਕਾਏ ਮੋਹੇ ਮੋਹੇ ਲੀ, ਕਾਤੋਂ ਇਸ ਸੰਸਾਰ ਦੇ ਮੋਹ ਵਿੱਚ ਆਪਣੀ ਬਿਰਤੀ ਨੂੰ ਤੂੰ ਮੋਹ ਲਿਆ, ਕਾਤੋਂ ਇਸ ਮੋਹ ਦੇ ਵਿੱਚ ਤੂੰ ਖਚਤ ਹੋਈ ਹੈ। ਪ੍ਰਿਯ ਪ੍ਰੀਤ ਹਿਰਦੈ ਮੇਲ, ਦੁਨੀਆ ਦੀਆਂ ਝੂਠੀਆਂ ਪ੍ਰੀਤਾਂ ਨੂੰ ਛੱਡ ਕੇ ਪ੍ਰਿਯ ਪ੍ਰੀਤ ਹਿਰਦੈ ਮੇਲ, ਜੋ ਸਭ ਦਾ ਪਿਆਰਾ ਅਕਾਲ ਪੁਰਖ ਵਾਹਿਗੁਰੂ ਹੈ, ਉਸ ਪਰਮਾਤਮਾ ਦੀ ਪ੍ਰੀਤੀ ਨੂੰ ਆਪਣੇ ਹਿਰਦੇ ਵਿੱਚ ਮੇਲਣਾ ਕਰ। ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨਾ, ਉਹ ਪਰਮਾਤਮਾ ਜੋ ਮਨ ਨੂੰ ਮੋਹ ਲੈਣ ਵਾਲਾ ਹੈ, ਲਾਲਨਾ ਸੁੰਦਰ ਹੈ, ਪਿਆਰਾ ਹੈ। ਉਹ ਸਾਰੀਆਂ ਪ੍ਰੀਤਾਂ ਵਿੱਚੋਂ ਉਹਦੀ ਪ੍ਰੀਤ ਗੁਰੀਆ ਵੱਡੀ ਹੈ, ਮਹਾਨ ਹੈ। ਬਾਕੀ ਦੁਨੀਆ ਦੀ ਤਾਂ ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਉ ਸਭ ਲਾਗੇ ਕਿਆ ਦਾਰਾ ਕਿਆ ਮੀਤ।
मेरो मेरो सबै कहत है हित सो बांधियो चीत, अंत काल संगी नह को ਇਹ ਅਚਰਜ ਹੈ ਰੀਤ। ਦੁਨੀਆ ਦੀਆਂ ਪ੍ਰੀਤਾਂ ਝੂਠੀਆਂ ਨੇ, ਇਹਨਾਂ ਪ੍ਰੀਤਾਂ ਵੱਲੋਂ ਆਪਣੇ ਮੋਹ ਨੂੰ ਤੋੜ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਕਿ ਐ ਰੇ ਮਨ ਰਾਮ ਸਿਉ ਕਰ ਪ੍ਰੀਤ। ਜੋ ਸਰਬ ਵਿਆਪਕ ਵਾਹਿਗੁਰੂ ਉਹਦੇ ਨਾਲ ਪ੍ਰੀਤ ਕਰ। ਕਿਵੇਂ ਪ੍ਰੀਤ ਪਵੇਗੀ, ਕਿਵੇਂ ਪਰਪੱਕ ਹੋਵੇਗੀ? ਸਤਿਗੁਰੂ ਫਰਮਾਉਂਦੇ ਨੇ ਕਿ ਸ਼ਰਵਨ ਗੋਬਿੰਦ ਗੁਣ ਸੁਣਾਓ। ਕੰਨਾਂ ਨਾਲ ਪ੍ਰਮਾਤਮਾ ਦੇ ਗੁਣ ਸੁਣ, ਵਾਹਿਗੁਰੂ ਦੀ ਸਿਫਤ ਸਲਾਹ ਸੁਣ। ਜਿਉਂ-ਜਿਉਂ ਸੁਣੇਗਾ ਤਿਉਂ-ਤਿਉਂ ਹਿਰਦੇ ਵਿੱਚ ਪ੍ਰੀਤ ਉਪਜੇਗੀ, ਪੈਦਾ ਹੋਵੇਗੀ। ਅਰ ਗਾਓ ਰਸਨਾ ਗੀਤ, ਰਸਨਾ ਨਾਲ ਪ੍ਰਮਾਤਮਾ ਦਾ ਜਸ ਉਚਾਰਨ ਕਰ। ਜਿਉਂ-ਜਿਉਂ ਜਸ ਉਚਾਰੇਗਾ ਤਿਉਂ-ਤਿਉਂ ਪ੍ਰੀਤੀ ਪਰਪੱਕ ਹੋਵੇਗੀ। ਇਉਂ ਭਾਈ ਪ੍ਰੇਮ ਪ੍ਰੀਤ ਹਿਰਦੈ ਮੇਲ। ਜੋ ਪਿਆਰਾ ਅਕਾਲ ਪੁਰਖ ਵਾਹਿਗੁਰੂ ਹੈ, ਉਸ ਪ੍ਰਮਾਤਮਾ ਦੀ ਸੱਚੀ ਪ੍ਰੀਤੀ ਜਿਹੜੀ ਹੈ ਨਾ, ਉਹ ਆਪਣੇ ਹਿਰਦੇ ਵਿੱਚ ਮੇਲਣਾ ਕਰ। ਹਿਰਦੇ ਵਿੱਚ ਉਸ ਪ੍ਰੀਤ ਦੀ ਪਰਪੱਕਤਾ ਕਰ। ਸਰਬ ਰੀ ਪ੍ਰੀਤ ਪਿਆਰ, ਰੀ ਐ ਜੀਵ ਰੂਪੀ ਸਖੀਏ, ਸਰਬ ਸਾਰਿਆਂ ਦੇ ਵਿੱਚ ਹੀ ਉਹ ਪ੍ਰਮਾਤਮਾ ਪ੍ਰੀਤੀ ਰੂਪ ਹੋ ਕੇ ਪਿਆਰ ਕਰ ਰਿਹਾ, ਸਭ ਨੂੰ ਹੀ ਪਿਆਰ ਕਰਨ ਵਾਲਾ ਹੈ। ਪ੍ਰੀਤ ਪਿਆਰ ਰੂਪ ਹੋ ਕੇ ਜੋ ਸਾਰਿਆਂ ਦੇ ਵਿੱਚ ਹੀ ਪ੍ਰਮਾਤਮਾ ਰਚਿਆ ਹੋਇਆ ਹੈ। ਏਕ ਨਦਰ ਕਰ ਵੇਖੈ ਸਭ ਉੱਪਰ, ਜੋ ਸਾਰਿਆਂ ਤੇ ਇੱਕੋ ਜਿਹੀ ਕਿਰਪਾ ਭਰੀ ਨਜ਼ਰ ਦੇ ਨਾਲ ਵੇਖਦਾ ਹੈ। ਉਹ ਤਾਂ ਇੱਕੋ ਜਿਹੀ ਦ੍ਰਿਸ਼ਟੀ ਨਾਲ ਵੇਖਦਾ ਹੈ, ਕਿਸੇ ਨਾਲ ਵਿਤਕਰਾ ਨਹੀਂ ਕਰਦਾ। ਇਹ ਤਾਂ ਮਨੁੱਖ ਤੇ ਨਿਰਭਰ ਕਰਦਾ ਹੈ ਕਿ ਜਿਹਾ ਭਾਉ ਤੇਹਾ ਫਲ ਪਾਈ ਹੈ। ਜਿਹੋ ਜਿਹਾ ਪ੍ਰੇਮ ਹੋਵੇ, ਜਿਹੋ ਜਿਹੀ ਭਾਵਨਾ ਹੋਵੇ, ਉਹੋ ਜਿਹੇ ਫਲ ਦੀ ਪ੍ਰਾਪਤੀ ਹੁੰਦੀ ਹੈ। ਜੋ ਸਾਰਿਆਂ ਵਿੱਚ ਹੀ ਪ੍ਰੀਤ ਪਿਆਰ ਰੂਪ ਹੋ ਕੇ ਰਵਿਆ ਹੋਇਆ ਹੈ ਪ੍ਰਮਾਤਮਾ, ਉਸ ਪ੍ਰਮਾਤਮਾ ਦੀ ਪ੍ਰੀਤੀ ਆਪਣੇ ਹਿਰਦੇ ਵਿੱਚ ਧਾਰਨ ਕਰ। ਪ੍ਰਭ ਸਦਾ ਰੀ ਦਇਆਰ, ਪ੍ਰਭ ਜੋ ਸਰਬ ਵਿਆਪਕ ਅਕਾਲ ਪੁਰਖ ਵਾਹਿਗੁਰੂ ਸਰਬ ਕਲਾ ਸਮਰੱਥ ਹੈ, ਐ ਜੀਵ ਸਖੀਏ ਸਦਾ ਰੀ ਦਇਆਰ। ਉਹ ਸਦਾ ਹੀ ਦਇਆਲੂ ਹੈ, ਦਇਆ ਦਾ ਘਰ ਹੈ। ਦਇਆਲ ਜਦੋਂ ਕਿਹਾ ਜਾਵੇ, ਇਹ ਦੋ ਲਫ਼ਜ਼ਾਂ ਦਾ ਸੁਮੇਲ ਹੈ, ਦਇਆ ਆਲਿਆ। ਆਲਿਆ ਸੰਸਕ੍ਰਿਤ ਵਿੱਚ ਕਹਿੰਦੇ ਨੇ ਘਰ ਨੂੰ, ਉਹ ਦਇਆ ਦਾ ਘਰ ਰੂਪ ਹੈ। ਤੇ ਸਤਿਗੁਰੂ ਜੀ ਨੇ ਇੱਥੇ ਲੱਲੇ ਦੀ ਜਗ੍ਹਾ ਤੇ ਰਾਰਾ ਅੱਖਰ ਵਰਤਿਆ ਹੈ, ਅਰਥ ਉਹੀ ਰਵੇਗਾ। ਪ੍ਰਭ ਸਦਾ ਰੀ ਦਇਆਰ, ਐ ਸਖੀਏ ਉਹ ਪ੍ਰਭੂ ਸਦਾ ਹੀ ਦਇਆਲੂ ਹੈ, ਸਦਾ ਦਇਆ ਕਰਦਾ ਹੈ, ਸਦਾ ਤਰਸ ਕਰਦਾ ਹੈ। ਇਹ ਖਿਆਲ ਨਾ ਕਰੀ ਕਿ ਪਿਛਲੀ ਜ਼ਿੰਦਗੀ ਏਦਾਂ ਬੀਤ ਗਈ, ਹੁਣ ਮੇਰਾ ਕੀ ਹੋ ਸਕਣਾ। ਨਹੀਂ, ਮਹਾਰਾਜ ਫਰਮਾਨ ਕਰਦੇ ਨੇ ਦਇਆਲੂ ਐਸਾ ਹੈ ਕਿ ਜੈਸਾ ਬਾਲਕ ਭਾਈ ਸੁਭਾਈ ਲੱਖ ਅਪਰਾਧ ਕਮਾਵੈ, ਕਰ ਉਪਦੇਸ਼ ਝਿੜਕੇ ਬਹੁ ਭਾਤੀ ਬਹੁੜ ਪਿਤਾ ਗਲ ਲਾਵੈ, ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੈ ਮਾਰਗ ਪਾਵੈ। ਜਦੋਂ ਉਹਦੀ ਸ਼ਰਨ ਵਿੱਚ ਆ ਜਾਈਏ, ਜਿਵੇਂ ਮਾਤਾ ਪਿਤਾ ਆਪਣੇ ਬਾਲਕ ਦੀਆਂ ਅਨੇਕਾਂ ਗਲਤੀਆਂ ਨੂੰ ਖਿਮਾ ਕਰ ਦਿੰਦੇ ਨੇ, ਲੋੜ ਪੈਣ ਤੇ ਝਿੜਕਦੇ ਵੀ ਨੇ, ਔਰ ਇਸੇ ਪ੍ਰਕਾਰ ਹੋਰ ਤਾੜਨਾ ਵੀ ਕਰ ਦਿੰਦੇ ਨੇ ਲੋੜ ਪੈਣ ਤੇ, ਪਰ ਫਿਰ ਆਪਣੇ ਗਲੇ ਲਗਾਉਂਦੇ ਨੇ। ਸੋ ਸਾਧ ਸੰਗਤ ਜੀ, ਇਸੇ ਤਰ੍ਹਾਂ ਉਹ ਅਕਾਲ ਪੁਰਖ ਵਾਹਿਗੁਰੂ ਝਿੜਕਾਂ ਦੇਣ ਰੂਪ ਤੇ ਤਾੜਨਾ ਕਰਨ ਰੂਪ ਸਾਡੇ ਕਰਮਾਂ ਦਾ ਫਲ ਸਾਨੂੰ ਭੁਗਤਾਉਂਦਾ ਹੈ। ਉਹਦੇ ਵਿੱਚ ਵੀ ਸਾਨੂੰ ਸਮਝਾਉਂਦਾ ਹੀ ਹੈ ਕਿ ਮਨੁੱਖ ਇਨਸਾਨ ਐਸ ਗਲਤ ਪਾਸੇ ਤੋਂ ਤੂੰ ਮੁੜ ਜਾ। ਇੱਕ ਬੱਚਾ ਗਲਤੀ ਕਰਦਾ, ਵੱਡੀ ਗਲਤੀ ਕਰ ਲਈ ਹੈ, ਤੇ ਪਿਓ ਨੇ ਫੜ ਕੇ ਦੋ ਚੰਡਾਂ ਧਰ ਦਿੱਤੀਆਂ, ਚਪੇੜਾਂ ਮਾਰ ਦਿੱਤੀਆਂ। ਇਹਦਾ ਭਾਵ ਇਹ ਨਹੀਂ ਕਿ ਉਹ ਆਪਣੇ ਪੁੱਤਰ ਨੂੰ ਦੁੱਖ ਦੇਣਾ ਚਾਹੁੰਦਾ ਹੈ ਤੇ ਜਾਂ ਉਹਦਾ ਵਿਰੋਧ ਰੱਖਦਾ, ਉਹਦੇ ਨਾਲ ਵੈਰ ਰੱਖਦਾ ਹੈ। ਨਹੀਂ, ਇਹਦੇ ਵਿੱਚ ਵੀ ਪਿਤਾ ਦਾ ਪਿਆਰ ਛੁਪਿਆ ਹੋਇਆ ਹੈ, ਇਹਦੇ ਵਿੱਚ ਵੀ ਪੁੱਤਰ ਦਾ ਭਲਾ ਕਰਨ ਦੀ ਹੀ ਭਾਵਨਾ ਹੈ। ਉਹ ਦਿਆਲੂ ਐਸਾ ਹੈ ਕਿ ਸਾਡੇ ਕਰਮਾਂ ਦਾ ਫਲ ਦੁੱਖਾਂ ਦੇ ਰੂਪ ਵਿੱਚ ਭੁਗਤਾ ਕੇ ਫੇਰ ਵੀ ਸਾਡੇ ਤੇ ਤਰਸ ਹੀ ਕਰਦਾ, ਭਲਾ ਹੀ ਕਰਦਾ ਹੈ। ਜੀਵ ਅਜੇ ਵੀ ਸਮਝ ਜਾ, ਅਜਹੂ ਸਮਝ ਕਛ ਬਿਗੜਿਓ ਨਾਹਨ, ਭਜ ਲੈ ਰਾਮ ਮੁਰਾਰ। ਇਹ ਪ੍ਰਮਾਤਮਾ ਸਮਝਾਉਂਦਾ ਹੀ ਹੈ। ਤੇ ਜਿਵੇਂ ਫੇਰ ਬੱਚੇ ਨੂੰ ਮਾਤਾ ਪਿਤਾ ਗਲ ਲਾ ਲੈਂਦੇ ਨੇ ਨਾ, ਇਵੇਂ ਉਹ ਅਕਾਲ ਪੁਰਖ ਵਾਹਿਗੁਰੂ ਪਿਛਲੇ ਗੁਨਾਹਾਂ ਨੂੰ ਬਖਸ਼ ਲੈਂਦਾ ਹੈ, ਅੱਗੋਂ ਤੋਂ ਚੰਗੇ ਮਾਰਗ ਤੇ ਪਾ ਲੈਂਦਾ ਹੈ। ਇਉਂ ਐ ਸਖੀਏ ਉਹ ਪ੍ਰਭੂ ਤਾਂ ਸਦਾ ਹੀ ਦਿਆਲੂ ਹੈ, ਸਦਾ ਹੀ ਦਇਆ ਕਰਨ ਵਾਲਾ, ਤਰਸ ਕਰਨ ਵਾਲਾ ਹੈ। ਕਾਏ ਆਨ ਆਨ ਰੁਚੀਐ, ਕਾਏ ਕਾਦੇ ਵਾਸਤੇ? ਆਨ ਹੋਰ ਖਿਆਲਾਂ ਵਿੱਚ ਤੇ ਆਨ ਹੋਰਨਾਂ ਦੇ ਨਾਲ ਰਚਣਾ ਹੈ। ਕਾਤੋਂ ਹੋਰਨਾਂ ਦੇ ਪਿੱਛੇ ਭੱਜਣਾ ਹੈ ਉਸ ਪ੍ਰਮਾਤਮਾ ਦਾ ਦਰ ਛੱਡ ਕੇ? ਭਗਤ ਕਬੀਰ ਜੀ ਫਰਮਾਨ ਕਰਦੇ ਨੇ, ਰੇ ਜੀਨ ਲੱਜ ਲਾਜ ਤੋਹੇ ਨਾਹੀ, ਹਰ ਤਾਜ ਕਤ ਕਾਹੂ ਕਹਿ ਜਾਹੀ। ਵਾਹਿਗੁਰੂ ਦਾ ਦਰ ਛੱਡ ਕੇ ਆ ਜਿਹੜੇ ਦੁੱਕੀ ਤਿੱਕੀ ਦੇ ਕੋਈ ਹੋਰ ਨੇ,
ਕੋਈ ਪੀਰ ਫਕੀਰ, ਕੋਈ ਦੇਵੀ ਦੇਵਤੇ, ਕੋਈ ਤਾਂਤਰਿਕ, ਕੋਈ ਅਖੌਤੀ ਸਿਆਣੇ, ਹੋਰ ਇਹੋ ਜਿਹੇ ਅਨੇਕਾਂ ਪਖੰਡੀ, ਉਹਨਾਂ ਦੇ ਨਾਲ ਤੂੰ ਰੁਚੀ ਕਿਉਂ ਕਰਦੀ ਹੈ? ਉਹਨਾਂ ਵਿੱਚ ਦਿਲਚਸਪੀ ਕਿਉਂ ਲੈਂਦੀ ਹੈ? ਕਿਉਂ ਉਹਨਾਂ ਦੇ ਵਿੱਚ ਤੂੰ ਆਪਣਾ ਪ੍ਰੇਮ ਰੱਖ ਕੇ ਪੂਜਾ ਕਰਦੀ ਹੈ? ਆਨ ਹੋਰਨਾਂ ਖਿਆਲਾਂ ਵਿੱਚ ਤੂੰ ਕਾਤੋਂ ਰਚੀ ਹੋਈ ਹੈ? ਪ੍ਰਮਾਤਮਾ ਦੇ ਨਾਮ ਨੂੰ ਛੱਡ ਕੇ ਬਾਕੀ ਸਾਰੇ ਖਿਆਲ ਜਿਹੜੇ ਨੇ ਉਹ ਵਿਅਰਥ ਨੇ। ਕੱਲ ਆਪਾਂ ਗੁਰੂ ਕਾ ਬਚਨ ਵਿਚਾਰਿਆ ਸੀ ਕਿ ਹਰ ਭਜ ਆਨ ਕਰਮ ਵਿਕਾਰ, ਬਾਕੀ ਸਾਰੇ ਕਰਮ ਬੇਕਾਰ ਨੇ, ਉਹਨਾਂ ਵਿੱਚ ਰੁਚੀ ਕਾਤੋਂ ਰੱਖਣੀ ਹੈ? ਪ੍ਰਮਾਤਮਾ ਦੇ ਨਾਮ ਨੂੰ ਛੱਡ ਕੇ ਜਿਹੜੇ ਆਨ ਹੋਰ ਪਦਾਰਥ ਨੇ ਉਹਨਾਂ ਦੇ ਵਿੱਚ ਤੂੰ ਕਾਤੋਂ ਰੁਚੀ ਹੋਈ ਹੈ, ਕਾਤੋਂ ਰਚੀ ਮਿਲੀ ਹੋਈ ਹੈ? ਹਰ ਸੰਗ ਸੰਗ ਖਚੀਐ, ਦੁਨੀਆ ਦੇ ਪਦਾਰਥਾਂ ਨਾਲੋਂ ਤੇ ਹੋਰਨਾਂ ਦੇ ਨਾਲੋਂ ਨੇਹਾਂ ਨੂੰ ਤੋੜ ਕੇ ਹਰ ਸੰਗ, ਜੋ ਹਰੀ ਅਕਾਲ ਪੁਰਖ ਵਾਹਿਗੁਰੂ ਸਦਾ ਹੀ ਸੰਗੀ ਹੈ ਨਾ, ਸਦਾ ਹੀ ਸਾਥੀ ਹੈ ਲੋਕ ਪਰਲੋਕ ਦਾ, ਸੰਗ ਖਚੀਐ, ਉਸ ਪਰਮਾਤਮਾ ਦੇ ਨਾਲ ਰਚ ਵਿੱਚ ਜਾਈਏ, ਉਹਦੇ ਵਿੱਚ ਖਚਤ ਹੋ ਜਾਈਏ, ਉਸ ਵਾਹਿਗੁਰੂ ਦੇ ਨਾਮ ਵਿੱਚ ਜੁੜ ਜਾਈਏ ਜੋ ਸਦਾ ਹੀ ਸੰਗੀ ਹੈ। ਹਰੀ ਦੇ ਸੰਗੀ ਜੋ ਪਰਮਾਤਮਾ ਦੇ ਪਿਆਰੇ ਗੁਰਮੁਖ ਜਨ ਹਨ, ਉਹਨਾਂ ਦੀ ਸੰਗਤ ਵਿੱਚ ਆਪਣਾ ਆਪਾ ਮੇਲ ਲਈਏ। ਜੋ ਸਾਧ ਸੰਗ ਪਾਏ, ਜਦੋਂ ਇਸ ਜੀਵ ਨੂੰ ਸਾਧ ਸੰਗਤ ਦੀ ਪ੍ਰਾਪਤੀ ਹੋ ਜਾਵੇ, ਗੁਰਮੁਖ ਸਾਧ ਅਸਾਧ ਸਾਧ ਵਖਾਣੀਐ, ਗੁਰੂ ਕੀ ਕਿਰਪਾ ਨਾਲ, ਗੁਰੂ ਕੇ ਉਪਦੇਸ਼ ਦੀ ਕਮਾਈ ਕਰਕੇ, ਗੁਰੂ ਕੀ ਬਖਸ਼ਿਸ਼ ਦੇ ਦੁਆਰਾ ਜਿਨ੍ਹਾਂ ਨੇ ਅਸਾਧ ਨੂੰ ਸਾਧ ਲਿਆ। ਅਸਾਧ ਹੈ ਸਾਡਾ ਮਨ, ਅਸਾਧ ਹਨ ਪੰਜੇ ਵਿਕਾਰ, ਅਸਾਧ ਹਨ ਉਸਤਤ ਤੇ ਨਿੰਦਿਆ ਇਤਿਆਦਿਕ, ਜਿਨ੍ਹਾਂ ਨੇ ਗੁਰੂ ਕੀ ਕਿਰਪਾ ਨਾਲ ਅਸਾਧ ਨੂੰ ਸਾਧ ਲਿਆ, ਆਪਣੇ ਵਸ ਵਿੱਚ ਕਰ ਲਿਆ, ਭਾਉ ਭਗਤੀ ਦੀ ਸਾਧਨਾ ਕਮਾਈ ਕੀਤੀ ਹੈ, ਉਹਨਾਂ ਨੂੰ ਸਾਧ ਕਿਹਾ ਜਾਂਦਾ ਹੈ। ਐਸੇ ਸਾਧੂ ਜਨਾਂ ਦੀ ਸੰਗਤ ਸਮੁੱਚੇ ਤੌਰ ਤੇ ਗੁਰੂ ਕੀ ਹਜ਼ੂਰੀ ਵਿੱਚ ਇਕੱਤਰ ਹੋਈ ਸੰਗਤ ਗੁਰੂ ਕੀ ਸਾਧ ਸੰਗਤ ਹੈ। ਜਦੋਂ ਸਾਧ ਸੰਗਤ ਦੇ ਨਾਲ ਮਿਲਾਪ ਹੋ ਜਾਵੇ, ਜੋ ਸਾਧ ਸੰਗ ਪਾਏ, ਜਦੋਂ ਸਾਧੂ ਜਨਾਂ ਦਾ ਸੰਗ ਪ੍ਰਾਪਤ ਕਰ ਲਿਆ, ਸੰਗਤ ਵਿੱਚ ਰਲ ਮਿਲ ਗਏ, ਰੁਚ ਗਏ। ਕਹੋ ਨਾਨਕ ਹਰਿ ਧਿਆਏ, ਧੰਨ ਸਤਿਗੁਰੂ ਨਾਨਕ ਦੇਵ ਸਾਹਿਬ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਨ ਕਰਦੇ ਨੇ, ਤਦੋਂ ਹਰੀ ਅਕਾਲ ਪੁਰਖ ਵਾਹਿਗੁਰੂ ਨੂੰ ਧਿਆਇਆ ਹੈ ਸਤ ਸੰਗਤ ਵਿੱਚ ਮਿਲ ਕੇ। ਗੁਰੂ ਨੇ ਕਿਰਪਾ ਕੀਤੀ, ਸਾਧ ਸੰਗਤ ਦੀ ਪ੍ਰਾਪਤੀ ਹੋਈ। ਸਾਧ ਸੰਗ ਜੋ ਤੁਮਹਿ ਮਿਲਾਇਓ, ਤਉ ਸੁਣੀ ਤੁਮਾਰੀ ਬਾਣੀ। हे ਵਾਹਿਗੁਰੂ ਜੀ, ਆਪ ਜੀ ਨੇ ਕਿਰਪਾ ਕਰਕੇ ਆਪ ਜੀ ਦੀ ਸਾਜੀ ਨਵਾਜੀ ਸਾਧ ਸੰਗਤ ਵਿੱਚ ਜਦੋਂ ਮਿਲਾ ਲਿਆ, ਤਦੋਂ ਆਪ ਜੀ ਦੀ ਬਾਣੀ ਜੋ ਸਾਨੂੰ ਗੁਰੂ ਰੂਪ ਹੋ ਕੇ ਬਖਸ਼ਿਸ਼ ਕੀਤੀ ਹੈ, ਉਹ ਆਪਾਂ ਸੁਣੀ, ਉਹਨੂੰ ਵਿਚਾਰਿਆ। ਕੇਵਲ ਪ੍ਰਤੱਖ ਆ ਬਾਹਰੀ ਕੰਨਾਂ ਦੇ ਨਾਲ ਹੀ ਨਹੀਂ, ਬਲਕਿ ਅੰਦਰੀਵ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਦੇ ਨਾਲ ਗੁਰੂ ਕੇ ਬਚਨ ਸੁਣੇ ਨੇ। ਵਾਹਿਗੁਰੂ ਨੂੰ ਧਿਆਉਣ ਦਾ ਚਾਅ ਸਾਧ ਸੰਗਤ ਵਿੱਚ ਮਿਲ ਕੇ ਪੈਦਾ ਹੁੰਦਾ ਹੈ। ਸਾਧ ਸੰਗਤ ਬਿਨਾ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਸੰਗਤ ਤੋਂ ਬਿਨਾ ਪ੍ਰੇਮ ਭਾਵਨਾ ਪੈਦਾ ਨਹੀਂ ਹੁੰਦੀ, ਤੇ ਜਿੰਨਾ ਚਿਰ ਭਾਵ ਪੈਦਾ ਨਾ ਹੋਵੇ ਉਹਨਾਂ ਚਿਰ ਭਗਤੀ ਨਹੀਂ ਹੁੰਦੀ। ਸਾਧ ਸੰਗਤ ਦਾ ਇਹ ਮਹਾਨ ਉੱਤਮ ਫਲ ਹੈ ਕਿ ਭਾਵਨਾ ਪੈਦਾ ਹੁੰਦੀ ਹੈ। ਦੂਸਰਿਆਂ ਨੂੰ ਸਿਮਰਦਿਆਂ ਵੇਖ ਕੇ ਆਪਣੇ ਮਨ ਅੰਦਰ ਚਾਉ ਪੈਦਾ ਹੁੰਦਾ ਹੈ। ਹਿਕ ਦੂ ਹਿਕ ਚਾੜੇ ਅਨਕ ਪਿਆਰੇ, ਨਿਤ ਕਰਦੇ ਭੋਗ ਬਿਲਾਸਾ, ਤਿਨਾ ਦੇਖ ਮਨ ਚਾਉ ਉਠੰਦਾ, ਹਉ ਕਦ ਪਾਈ ਗੁਣ ਤਾਸਾ। ਇਉਂ ਜੋ ਸਾਧ ਸੰਗ ਪਾਏ, ਜਦੋਂ ਸਾਧ ਸੰਗਤ ਦੀ ਪ੍ਰਾਪਤੀ ਕੀਤੀ, ਕਹੋ ਨਾਨਕ ਹਰਿ ਧਿਆਏ। ਸਤਿਗੁਰੂ ਜੀ ਫਰਮਾਨ ਕਰਦੇ ਨੇ, ਫਿਰ ਸੰਗਤ ਵਿੱਚ ਮਿਲ ਕੇ ਵਡਭਾਗੀ ਜੀਵ ਆਤਮਾਵਾਂ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਨੂੰ ਧਿਆਉਣਾ ਕੀਤਾ ਹੈ। ਅਬ ਰਹੇ ਜਮਹ ਮੇਲ, ਤੇ ਜਦੋਂ ਹੁਣ ਸਾਧ ਸੰਗਤ ਵਿੱਚ ਮਿਲ ਕੇ ਵਾਹਿਗੁਰੂ ਦੇ ਨਾਮ ਨੂੰ ਧਿਆਇਆ ਹੈ ਇੱਕ ਮਨ ਇਕਾਗਰ ਚਿੱਤ ਹੋ ਕੇ, ਤਾਂ ਫਿਰ ਆਬ ਹੁਣ ਰਹੇ ਜਮਹ ਮੇਲ। ਜੋ ਜਮ ਧਰਮ ਰਾਜਾ ਦੇ ਨਾਲ ਮਿਲਾਪ ਹੋਣਾ ਸੀ ਨਾ, ਉਹ ਰਹਿ ਗਿਆ, ਉਹ ਖਤਮ ਹੋ ਗਿਆ। ਔਰ ਜਮ ਦੂਤਾਂ ਦਾ ਜਿਹੜਾ ਮੇਲ ਸੀ, ਜੰਮਣ ਮਰਨ ਦਾ ਜਿਹੜਾ ਮੇਲ ਸੀ, ਉਹ ਖਤਮ ਹੋ ਗਿਆ। ਹੁਣ ਧਰਮ ਰਾਜੇ ਦੇ ਜਾ ਕੇ ਪੇਸ਼ ਨਹੀਂ ਹੋਣਾ ਪਵੇਗਾ, ਹੁਣ ਜਮਦੂਤਾਂ ਦੇ ਵਸ ਨਹੀਂ ਪੈਣਾ ਪਵੇਗਾ। ਹੁਣ ਜਿਹੜਾ ਜਨਮ ਮਰਨ ਦਾ ਗੇੜਾ ਹੈ ਉਹ ਖਤਮ ਹੋ ਗਿਆ ਹੈ। ਪ੍ਰਮਾਤਮਾ ਦੇ ਨਾਮ ਨੂੰ ਜਪ ਕੇ ਜਿਨ੍ਹਾਂ ਨੇ ਜਪਿਆ, ਐ ਸਖੀਏ ਉਹਨਾਂ ਤੇ ਇਹ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋਈ ਹੈ।
ਇਸ ਲਈ ਇਹ ਜੀਵ ਆਤਮਾ ਰੂਪੀ ਸਖੀ ਸ਼ੁਭ ਬਚਨ ਬੋਲ ਗੁਣ ਅਮੋਲ। ਜੋ ਪ੍ਰਮਾਤਮਾ ਦੇ ਅਮੋਲਕ ਗੁਣ ਨੇ, ਸ਼ੁਭ ਬਚਨ ਨੇ, ਇਹ ਉਚਾਰਨ ਕਰ, ਇਹਨਾਂ ਨੂੰ ਬੋਲਣਾ ਕਰ। ਸਤਿਗੁਰੂ ਜੀ ਕਿਰਪਾ ਕਰਨ, ਗੁਰੂ ਕਾ ਇਹ ਬਖਸ਼ਿਸ਼ ਕੀਤਾ ਹੋਇਆ ਪਰਮ ਪਵਿੱਤਰ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ। ਗੁਰੂ ਉਪਦੇਸ਼ ਦੀ ਕਮਾਈ ਕਰਕੇ ਆਪਾਂ ਇਹ ਲੋਕ ਸੁਖੀਏ ਪਰਲੋਕ ਸਹੇਲੇ ਹੋਈਏ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਗ੍ਰੰਥੀ ਸਿੰਘ ਸਾਹਿਬਾਨ ਜੀ ਦਾ, ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸ਼ੁਕਰ ਸ਼ੁਕਰ ਕੋਟਾਨ ਕੋਟ ਸ਼ੁਕਰਾਨਾ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਵਿਚਾਰ ਕਰਦਿਆਂ ਦਾਸ ਪਾਸੋਂ ਹੋਈਆਂ ਭੁੱਲਾਂ ਦੀ ਖਿਮਾ ਔਰ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ। ਜੋ ਸਾਧ ਸੰਗ ਪਾਏ, ਕਹੋ ਨਾਨਕ ਹਰਿ ਧਿਆਏ। ਆਬ ਰਹੇ ਜਮ ਹੈ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।